ਹੁੰਦੀ ਹੈ ਪਰ ਸੁਪਨੇ ਨਹੀਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨ ਤੁਹਾਡਾ ਆਪਣਾ ਸ਼ੋਅ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਵੀਜ਼ਾ ਅਪਡੇਟ। ਤੁਹਾਡੇ ਸੁਪਨੇ ਨਾ ਟੁੱਟਣ ਤੇ ਤੁਹਾਡੇ ਸੁਪਨਿਆਂ ਨੂੰ ਇੱਕ ਨਵੀਂ ਉਡਾਨ ਮਿਲੇ, ਇਸ ਲਈ ਮੈਂ ਅੱਜ ਤੁਹਾਨੂੰ ਰੂਬਰੂ ਕਰਾਉਣ ਲੈ ਕੇ ਜਾ ਰਹੀ ਹਾਂ RS ਗਲੋਬਲ ਇਮੀਗ੍ਰੇਸ਼ਨ ਦੇ ਓਨਰ, ਜਿਨ੍ਹਾਂ ਦਾ ਨਾਮ ਹੈ ਸੁਖਚੈਨ ਸਿੰਘ ਰਾਹੀ। ਇਹਨਾਂ ਨੇ 15 ਸਾਲਾਂ ਤੋਂ ਇਸ ਲਾਈਨ ਦੇ ਵਿੱਚ ਰਹਿ ਕੇ ਹਜ਼ਾਰਾਂ ਬੱਚਿਆਂ ਦੇ ਬਾਹਰ ਜਾਣ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੋਇਆ ਹੈ। ਤੇ ਅੱਜ ਦੀ ਇਹ ਖਾਸ ਗੱਲਬਾਤ ਸੁਖਚੈਨ ਸਿੰਘ ਰਾਹੀ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਅਮਨ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ ਮੈਂ ਜਾਣਨਾ ਚਾਹ ਰਹੀ ਸੀ, ਪੁੱਛਣਾ ਚਾਹ ਰਹੀ ਸੀ ਕਿ ਤੁਹਾਡਾ ਮੰਨਿਆ ਪਰਮੰਨਿਆ ਬਹੁਤ ਸ਼ਾਨਦਾਰ ਤਜਰਬਾ ਹੈ ਇਮੀਗ੍ਰੇਸ਼ਨ ਦੀ ਲਾਈਨ ਦੇ ਵਿੱਚ, ਤੇ ਤੁਸੀਂ ਹੁਣ ਤੱਕ ਦੇ ਸਫ਼ਰ ਨੂੰ ਆਪਣੇ ਕਿਸ ਤਰ੍ਹਾਂ ਦੇਖਦੇ ਹੋ? ਵੈਲ, ਬੜਾ ਵਧੀਆ ਸਵਾਲ ਪੁੱਛਿਆ। ਅੱਜ ਬੜੇ ਚਿਰ ਬਾਅਦ ਤੁਹਾਡੇ ਨਾਲ ਇਹ ਸਵਾਲ ਦਾ ਜਵਾਬ ਦੇਣ ਦਾ ਮੌਕਾ ਮਿਲਿਆ। ਬੜੇ ਉਤਰਾਵ ਚੜਾਵ ਦੇਖੇ ਨੇ, ਬੜੇ ਚੰਗੇ, ਬੜੇ ਕੌੜੇ, ਕਦੇ ਮਿੱਠੇ ਐਕਸਪੀਰੀਅੰਸਿਸ ਹੋਏ ਨੇ। ਰਾਤੋਂ ਰਾਤ ਨਹੀਂ ਇੱਕਦਮ ਸ਼ਾਨਦਾਰ ਸਫ਼ਰ ਬਣ ਗਿਆ। ਇਹ ਸ਼ਾਨਦਾਰ ਸਫ਼ਰ ਬਣਨ 'ਚ ਬੜੇ ਸਟਰਗਲ ਮੇਰੀ ਟੀਮ ਦਾ, ਮੇਰਾ ਔਰ ਬੜਾ ਕੁਝ ਜੁੜਿਆ। ਵੈਨ ਆਈ ਸਟਾਰਟਡ ਦਿਸ ਪ੍ਰੋਫੈਸ਼ਨ ਇਨ 2007, ਉਦੋਂ ਜਲੰਧਰ ਦੇ ਵਿੱਚ ਵਿਰਲੇ ਟਾਵੇਂ ਕੋਈ 10 ਤੋਂ 15 ਕੰਸਲਟੈਂਟ ਸੀ ਜਿਹੜੇ ਚੰਗੇ ਲੈਵਲ ਦੇ ਕੰਮ ਅੱਜ ਵੀ ਕਰ ਰਹੇ ਨੇ, ਪੁਰਾਣੇ ਸਾਡੇ ਮਿੱਤਰ ਨੇ। ਬਟ ਹੌਲੀ ਹੌਲੀ ਵੇਖਿਆ ਜਾਵੇ, ਜਦੋਂ ਇੱਕ ਸਮਾਂ ਸੀ ਹਰ ਕੋਈ ਘਰਾਂ ਵਿੱਚ STD PCO ਖੋਲ੍ਹ ਕੇ ਬੈਠਾ ਸੀ ਕਿ ਚਲੋ ਨਹੀਂ ਕਿਸੇ ਨੂੰ ਕੰਮ ਹੈਗਾ ਤਾਂ STD PCO ਦਾ ਕੰਮ ਕਾਰ ਸ਼ੁਰੂ ਕਰ ਦਿੰਦੇ ਹਾਂ। ਫਿਰ ਕਿਸੇ ਨੇ ਨਾਲ ਫੋਟੋ ਸਟੇਟ ਦਾ ਕਾਰੋਬਾਰ ਸ਼ੁਰੂ ਕਰਤਾ। ਇੱਕ ਦੌਰ ਆਇਆ ਹਰ ਘਰ ਦੇ ਵਿੱਚ ਰੀਅਲ ਸਟੇਟ ਐਡਵਾਈਜ਼ਰ, ਜਿਹਨੂੰ ਆਪਾਂ ਪ੍ਰੋਪਰਟੀ ਕੰਸਲਟੈਂਟ ਕਹਿੰਦੇ ਹਾਂ, ਸੋ ਉਹ ਬਣਨੇ ਸ਼ੁਰੂ ਹੋ ਗਏ। ਫਿਰ ਹੌਲੀ ਹੌਲੀ ਸਮੇਂ ਨੇ ਆਪਣੀ ਜਦੋਂ ਕਰਵਟ ਬਦਲੀ। ਅੱਜ ਦੀ ਡੇਟ 'ਚ ਤੁਸੀਂ ਦੇਖ ਲਓ, ਅੱਜ ਜਦੋਂ ਬੱਚਾ ਛੋਟਾ, ਜਦੋਂ 5ਵੀਂ 7ਵੀਂ 10ਵੀਂ 'ਚ ਪੜ੍ਹਦਾ ਹੁੰਦਾ, ਅਤੇ ਪਹਿਲਾਂ ਉਹਦੇ ਮਾਂ ਪਿਓ ਦਾ ਸੁਪਨਾ ਹੁੰਦਾ ਸੀ ਕਿ ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਜਾਂ ਇੰਜੀਨੀਅਰ ਬਣਾਉਣਾ। ਕੋਈ ਕਹਿੰਦਾ ਮੈਂ ਸਾਇੰਟਿਸਟ ਬਣਾਉਣਾ, ਕੋਈ ਕਹਿੰਦਾ ਮੈਂ ਵੱਡਾ IAS PCS ਅਫਸਰ ਬਣਾਉਣਾ। ਅੱਜ ਬੱਚੇ ਦੇ ਮਾਂ ਪਿਓ ਦੇ ਵੱਲੋਂ ਵੀ ਬੱਚੇ ਦੇ ਦਿਮਾਗ 'ਚ ਭਰਿਆ ਜਾਂਦਾ, ਅਤੇ ਬੱਚੇ ਦੇ ਆਸ-ਪਾਸ ਦੇ ਮਾਹੌਲ, ਰਿਸ਼ਤੇਦਾਰਾਂ ਵੱਲੋਂ ਭਰਿਆ ਜਾਂਦਾ ਕਿ ਮੈਂ ਬਾਹਰ ਜਾਣਾ। ਉਹਦਾ ਕਾਰਨ ਕੀ ਹੈ? ਦੁਆਬਾ ਜਿਹੜਾ ਇਹ ਜਿੱਥੇ ਆਪਾਂ ਬੈਠੇ ਜਲੰਧਰ ਦੀ ਗੱਲ ਕਰ ਰਹੇ, ਦੁਆਬਾ ਸਭ ਤੋਂ ਮੋਹਰੀ ਰਿਹਾ ਪੰਜਾਬ ਦੇ ਵਿੱਚ ਬਾਹਰਲੇ ਮੁਲਕ ਜਾਣ ਦੇ ਟਾਈਮ। ਮੈਂ ਗੱਲ ਕਰਾਂ 5 ਕੁ ਦਹਾਕਿਆਂ ਤੋਂ ਪਹਿਲਾਂ, ਜਿੰਨਾ ਕਿ ਮੈਨੂੰ ਤਜਰਬਾ ਜਾਂ ਮੈਨੂੰ ਪਤਾ ਹੈ, 5 ਕੁ ਦਹਾਕੇ 50 ਕੁ ਸਾਲ ਪਹਿਲਾਂ ਪੰਜਾਬ ਤੋਂ ਲੋਕ ਜਾਣੇ ਸ਼ੁਰੂ ਹੋਏ ਸੀ ਵੱਡੀ ਗਿਣਤੀ 'ਚ ਦੁਆਬੇ ਤੋਂ। ਫਿਰ ਸਰਕਾਰਾਂ ਬਦਲੀਆਂ, ਸਮਾਂ ਬਦਲਿਆ, ਮਾਹੌਲ ਖਰਾਬ ਹੋਏ, ਪੰਜਾਬ ਨੇ ਅੱਤਵਾਦ ਦਾ ਬੜਾ ਬੁਰਾ ਸਮਾਂ ਵੇਖਿਆ। ਬੜੀ ਵੱਡੀ ਗਿਣਤੀ 'ਚ ਲੋਕ ਉਦੋਂ ਅਮਰੀਕਾ, ਕੈਨੇਡਾ, UK, ਜਰਮਨ, ਯੂਰਪ ਵਰਗੇ ਮੁਲਕਾਂ 'ਚ ਬੈਠੇ ਜਾ ਕੇ, ਐਂਡ ਜਾ ਕੇ ਉੱਥੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਈਆਂ, ਜਾ ਕੇ ਪੱਕੇ ਹੋਏ। ਉਹ ਤੁਸੀਂ ਅਲੱਗ-ਅਲੱਗ ਪੰਜਾਬੀ ਫਿਲਮਾਂ 'ਚ ਸਟੋਰੀ 'ਚ ਚੀਜ਼ਾਂ ਵੇਖਦੇ ਰਹਿੰਦੇ ਹੋ। ਪਰ ਫਿਰ ਹੌਲੀ ਹੌਲੀ ਦੌਰ ਗੁਜ਼ਰਿਆ ਅਤੇ ਲੋਕਾਂ ਨੇ ਸਟੱਡੀ ਵੀਜ਼ੇ ਦੇ ਨਾਮ 'ਤੇ ਬਾਹਰ ਜਾਣਾ ਸ਼ੁਰੂ ਕੀਤਾ। ਜਿੰਨਾ ਕਿ ਮੈਨੂੰ ਪਤਾ, ਆਸਟ੍ਰੇਲੀਆ 2098 99 ਦੀ ਗੱਲ ਕਰੀਏ, 98 99 ਤੋਂ ਬੱਚੇ ਜਾਣੇ ਸ਼ੁਰੂ ਹੋਏ ਸੀ ਆਸਟ੍ਰੇਲੀਆ ਦੇ ਵਿੱਚ। ਅਤੇ ਉਦੋਂ ਅਸੀਂ ਵੀ ਸਕੂਲ 'ਚ ਪੜ੍ਹਦੇ ਸੀ। ਸਕੂਲਿੰਗ ਦੇ ਟਾਈਮ ਉਦੋਂ ਸਾਡੇ ਵੀ ਦਿਮਾਗ 'ਚ ਸੀਗਾ ਕਿ ਅਸੀਂ ਬਾਹਰ ਜਾ ਕੇ ਪੜ੍ਹਨਾ। ਚਲੋ ਬਾਹਰ ਗਏ, UK ਤੋਂ ਐਜੂਕੇਸ਼ਨ ਲਈ ਵਾਪਸ ਆਏ। ਮੇਰਾ ਵੀ ਤਜਰਬਾ ਬੁਰਾ ਰਿਹਾ। ਜਦੋਂ ਮੈਂ ਆਪਦਾ ਵੀਜ਼ਾ 2003 'ਚ ਅਪਲਾਈ ਕੀਤਾ UK ਦਾ, ਦਿੱਲੀ ਦੇ ਕਿਸੇ ਟੌਪ ਮੋਸਟ ਕੰਸਲਟੈਂਟ ਦੇ ਕੋਲੋਂ, ਮਹਿੰਗੇ ਕੰਸਲਟੈਂਟ ਕੋਲੋਂ, ਅਤੇ ਮੇਰਾ ਵੀਜ਼ਾ ਰਿਫਿਊਜ਼ ਹੋਇਆ। ਜਦੋਂ ਵੀਜ਼ਾ ਰਿਫਿਊਜ਼ਲ ਹੱਥ 'ਚ ਪੜਿਆ, ਦੇਖਿਆ, ਮਨ ਨੂੰ ਠੇਸ ਪਹੁੰਚੀ। ਘੱਟੋ ਘੱਟ ਮੈਂ ਵੀ ਮਹੀਨਾ ਪਰ ਸਟ੍ਰੈਸ 'ਚ ਗਿਆ ਕਿ ਹੋਇਆ ਕੀ ਮੇਰੇ ਨਾਲ। ਕਿਉਂਕਿ ਜਦੋਂ ਬੱਚਾ ਵੀਜ਼ਾ ਅਪਲਾਈ ਕਰ ਲੈਂਦਾ ਨਾ, ਉਹਦਾ ਰਾਤ ਨੂੰ ਸੁਪਨਿਆਂ 'ਚ ਫਿਰ ਏਅਰਪੋਰਟ ਘੁੰਮਦੇ ਆ, ਉਹ ਵੱਡੇ ਵੱਡੇ ਜਹਾਜ਼ ਘੁੰਮਦੇ ਆ, ਜਾਂ ਜਿਹੜੀ ਕੰਟਰੀ ਜਾਣਾ ਹੋਵੇ, ਜੇ ਕੈਨੇਡਾ ਜਾਣਾ ਕਿਸੇ ਨੇ, ਤਾਂ ਫਿਰ ਨਿਆਗਰਾ ਫਾਲ ਸੁਪਨਿਆਂ 'ਚ ਘੁੰਮਦਾ। ਸੋ ਮੇਰੇ ਵੀ ਸੁਪਨੇ 'ਚ UK ਦੇ ਉਦੋਂ ਲੰਡਨ ਬ੍ਰਿਜ ਘੁੰਮਦੇ ਸੀਗੇ। ਜਦੋਂ ਸੁਪਨੇ ਟੁੱਟੇ ਤੇ ਲੰਡਨ ਬ੍ਰਿਜ ਬਿਲਕੁਲ ਧਰਿਆ ਰਹਿ ਗਿਆ। 3-4 ਮਹੀਨੇ ਖੁਦ ਰਿਸਰਚ ਕੀਤੀ, ਪੜ੍ਹਿਆ, ਐਮਬੈਸੀ ਦੀਆਂ UK ਵੀਜ਼ੇ ਦੇ ਗਾਈਡਲਾਈਨ ਦੇਖੀਆਂ ਕਿ ਐਕਚੁਅਲ ਵੀਜ਼ਾ ਲੱਗਦਾ ਕਿਵੇਂ ਹੈ, ਵੀਜ਼ਾ ਅਫਸਰ ਇੱਕ ਸਟੂਡੈਂਟ ਪ੍ਰੋਫਾਈਲ 'ਚ ਚਾਹੁੰਦਾ ਕੀ ਹੈ। ਸਮਝਣ ਤੋਂ ਬਾਅਦ ਆਪਦਾ ਵੀਜ਼ਾ ਅਪਲਾਈ ਕੀਤਾ, ਵੀਜ਼ਾ ਲਿਆ, ਪੜ੍ਹਾਈ ਕੀਤੀ, ਪੜ੍ਹ ਕੇ ਵਾਪਸ ਆਇਆ। ਔਰ ਮੇਰੇ ਦਿਮਾਗ 'ਚ ਇਹ ਸੀਗਾ ਕਿ ਮੇਰੇ ਵਰਗੇ ਹਜ਼ਾਰਾਂ ਇਹੋ ਜਿਹੇ ਪੰਜਾਬੀ ਸਟੂਡੈਂਟ ਪੰਜਾਬ 'ਚ ਬੈਠੇ ਆ। ਸੋ ਜਿਵੇਂ ਮੇਰੇ ਸੁਪਨੇ ਟੁੱਟੇ, ਮੇਬੀ ਮੈਂ ਸ਼ਾਇਦ ਕਿਸੇ ਬੱਚੇ ਦੀ ਜ਼ਿੰਦਗੀ ਵਿੱਚ ਉਹ ਸੁਪਨਾ ਪੂਰਾ ਕਰਨ 'ਚ ਮਦਦ ਕਰ ਸਕਾਂ। ਸੋ ਉਦੋਂ ਫਿਰ ਮੈਂ ਇਸ ਪ੍ਰੋਫੈਸ਼ਨ 'ਚ ਆਇਆ 2006 ਦੇ ਵਿੱਚ। ਜਦੋਂ ਅਸੀਂ ਸਟਾਰਟ ਕੀਤਾ, ਉਦੋਂ ਤਾਂ ਇਹ ਪ੍ਰੋਫੈਸ਼ਨ ਇੱਕ ਬੜਾ ਵਧੀਆ, ਬੜਾ ਰੁਤਬੇ ਵਾਲਾ, ਬੜਾ ਰਿਸਪੈਕਟਡ ਪ੍ਰੋਫੈਸ਼ਨ ਸੀਗਾ, ਜਿਵੇਂ ਇੱਕ ਡਾਕਟਰ ਦਾ ਜਾਂ ਇੱਕ ਵਕੀਲ ਦਾ ਪ੍ਰੋਫੈਸ਼ਨ ਹੁੰਦਾ। ਬਟ UK ਦਾ, ਮੈਂ 2 ਮਿੰਟ ਖਤਮ ਕਰਾਂਗਾ ਅਗਲੇ ਸਵਾਲ ਤੋਂ ਪਹਿਲਾਂ। UK ਦਾ 2009 'ਚ Tier 4 ਸਿਸਟਮ ਸ਼ੁਰੂ ਹੋਇਆ, ਵਿਦਾਊਟ ਆਇਲ ਸ਼ੁਰੂ ਹੋਇਆ। ਫਿਰ ਨਿਊਜ਼ੀਲੈਂਡ 2012 ਸ਼ੁਰੂ ਹੋਇਆ। 2009 ਤੋਂ ਲੈ ਕੇ 2014 ਦੇ ਵਿੱਚ ਆ ਜਿਹੜੇ 5 ਸਾਲ ਸੀ ਨਾ, ਇਸ ਇੰਡਸਟਰੀ ਦੇ ਸਭ ਤੋਂ ਬੂਮ ਤੇ ਆਉਣ ਇੰਡਸਟਰੀ ਵਾਲੇ ਉਸ ਸਮਾਂ ਸੀਗਾ। ਜਿਹੜਾ ਬੰਦਾ ਇੱਕ ਸਾਈਕਲ 'ਤੇ ਜਾਣ ਵਾਲਾ ਸੀਗਾ, ਜਾਂ ਜਿਹੜਾ ਬੰਦਾ ਇੱਕ ਰੇਹੜੀ ਲਗਾਉਂਦਾ ਸੀ, ਜਿਹੜਾ ਬੰਦਾ ਇੱਕ ਦਰਜੀ ਦੀ ਦੁਕਾਨ ਚਲਾਉਂਦਾ ਸੀ, ਜਿਹੜਾ ਬੰਦਾ ਇੱਕ PCO ਚਲਾਉਂਦਾ ਸੀ, ਜਿਹੜਾ ਬੰਦਾ ਕੋਈ ਛੋਟੀ ਮੋਟੀ ਨੌਕਰੀ 10,000 ਦੀ ਕਰਦਾ ਸੀ, ਉਹਨੇ ਵੀ ਇਸ ਪ੍ਰੋਫੈਸ਼ਨ 'ਚ ਪੈਰ ਧਰਿਆ। ਬੜੇ ਚੰਗੇ ਕਈਆਂ ਨੇ ਕੰਮ ਕੀਤੇ, ਕਈਆਂ ਨੇ ਮੀਲ ਪੱਥਰ ਛੱਡੇ, ਪਰ ਕਈਆਂ ਨੇ ਈਜ਼ੀ ਮੇਕਿੰਗ ਮਨੀ ਪ੍ਰੋਫੈਸ਼ਨ ਸਮਝ ਕੇ ਰਾਤੋਂ ਰਾਤ ਅਮੀਰ ਬਣਨ ਦੇ ਚੱਕਰ 'ਚ ਇਸ ਇੰਡਸਟਰੀ ਨੂੰ ਬੜੀ ਧਾਹ ਵੀ ਲਾਈ, ਬੜੀ ਬਦਨਾਮੀ ਵੀ ਕੀਤੀ, ਜਿਹਨੂੰ ਅੱਜ ਵੀ ਕਹਿੰਦੇ ਆਪਾਂ ਇੱਥੇ ਬਲੈਕ ਸ਼ੀਪਸ ਇਸ ਇੰਡਸਟਰੀ 'ਚ ਆਈਆਂ ਨੇ।
ਬਟ ਅੱਜ ਵੀ ਇਸ ਇੰਡਸਟਰੀ ਬੜੇ ਚੰਗੇ ਕੰਸਲਟੈਂਟ ਜੋ ਲੋਕਾਂ ਨੂੰ ਵਾਕਈ ਇਸ ਪ੍ਰੋਫੈਸ਼ਨ ਦੇ ਰਾਹੀਂ ਲੋਕਾਂ ਦਾ ਭਵਿੱਖ ਬਣਾਉਂਦੇ। ਸੋ ਬੇਸਿਕਲੀ ਇਹ ਜਿਹੜਾ ਪ੍ਰੋਫੈਸ਼ਨ ਹੈ ਇੱਕ ਕਰੀਅਰ ਕਾਉਂਸਲਿੰਗ ਸ਼ੁਰੂ ਹੁੰਦਾ ਹੋਇਆ ਇੱਕ ਟਰੈਵਲ ਏਜੰਟੀ ਦਾ ਜਾਂ ਵੀਜ਼ਾ ਏਜੰਟ ਦਾ ਨਾਮ ਬਣ ਗਿਆ ਸਾਡਾ। ਪਰ ਅੱਜ ਵੀ ਮੈਂ ਆਪਣੇ ਆਪ ਨੂੰ ਠੋਕ ਵਜਾ ਕੇ ਤੁਹਾਡੇ ਕੈਮਰੇ ਮੂਹਰੇ ਕਹਿੰਦਾ ਅਸੀਂ ਕੋਈ ਵੀਜ਼ਾ ਏਜੰਟ ਨਹੀਂ ਗਏ, ਟਰੈਵਲ ਏਜੰਟ ਨਹੀਂ ਗਏ, ਕਰੀਅਰ ਕਾਉਂਸਲਰ ਆ। ਇੱਕ ਕੰਸਲਟੈਂਟ ਕੋਈ ਵੀਜ਼ਾ ਲਵਾ ਕੇ ਨਹੀਂ ਦੇ ਸਕਦਾ, ਉਹਦਾ ਤਜਰਬਾ, ਉਹਦੀ ਸਲਾਹ ਦੇ ਨਾਲ, ਤੁਹਾਡੇ ਪੇਪਰਾਂ ਦੇ ਨਾਲ, ਤੁਹਾਡੀ ਫਾਈਲ ਦੇ ਨਾਲ ਵੀਜ਼ਾ ਲੱਗਦਾ। ਨਾ ਵੀਜ਼ਾ ਲਵਾਉਂਦਾ ਕੰਸਲਟੈਂਟ, ਨਾ ਰਿਫਿਊਜ਼ ਕਰਾਉਂਦਾ ਕੰਸਲਟੈਂਟ। ਸਿਰਫ ਉਹਦਾ ਚੰਗਾ ਤਜਰਬਾ ਵੀਜ਼ਾ ਲਵਾ ਕੇ ਦਿੰਦਾ, ਮਾੜਾ ਤਜਰਬਾ ਉਹਦਾ ਬੇੜਾ ਲੈ ਬੈਠਦਾ, ਉਹ ਰਿਫਿਊਜ਼ਲ ਹੁੰਦੀ ਹੈ। ਸੋ ਬੜਾ ਚੰਗਾ ਬਾੜਾ ਤਜਰਬਾ ਰਿਹਾ। ਬਟ ਅੱਜ ਮੈਂ ਬੜਾ ਸੈਟੀਸਫਾਈਡ ਹਾਂ। ਲਗਭਗ ਹੁਣ ਤੱਕ 5000 ਤੋਂ ਉੱਪਰ ਸਟੂਡੈਂਟ ਅਲੱਗ-ਅਲੱਗ ਮੁਲਕਾਂ 'ਚ ਭੇਜ ਚੁੱਕੇ ਹਾਂ। ਐਂਡ ਜਦੋਂ ਕਿਸੇ ਬੱਚੇ ਦਾ ਗੱਲ ਕਰ ਦੇਣਾ ਸਟਾਰਟਿੰਗ, ਮੇਰੀ ਗੱਲ ਵੀ ਲੰਬੀ ਹੋ ਜਾਂਦੀ ਹੈ। ਬਾਜਪੁਰ ਦਾ ਇੱਕ ਮੁੰਡਾ ਗੁਰਬਾਜ ਸਿੰਘ ਭੇਜਿਆ ਸੀ ਕੈਨੇਡਾ 2009 ਦੇ ਵਿੱਚ, ਮੋਹਾਕ ਕਾਲਜ ਪੜ੍ਹਨ ਭੇਜਿਆ ਸੀ। ਅੱਜ ਉਸ ਬੱਚੇ ਦਾ ਵਿਆਹ ਵੀ ਹੋ ਗਿਆ। ਆਈ ਥਿੰਕ ਬੱਚਾ ਵੀ 6-7 ਸਾਲ ਦਾ ਹੋ ਗਿਆ। ਜਦੋਂ ਫੇਸਬੁੱਕ ਲਾਈਵ ਕਰਦਾ ਤਾਂ ਕਈ ਵਾਰ ਕਮੈਂਟ ਪਾਉਂਦਾ, ਮਨ ਨੂੰ ਖੁਸ਼ੀ ਹੁੰਦੀ ਹੈ। ਉਹ ਬੱਚਾ ਕਹਿੰਦਾ ਭਾਈ ਅੱਜ ਜੇ ਮੇਰਾ ਪਰਿਵਾਰ ਜਾਂ ਮੇਰੀ ਅਗਲੀ ਪੀੜ੍ਹੀ ਕੈਨੇਡਾ 'ਚ ਬੈਠੀ ਤਾਂ ਤੁਹਾਡੇ ਕਰਕੇ ਬੈਠੀ ਹੈ। ਸੋ ਮੈਨੂੰ ਲੱਗਦਾ ਮੈਂ ਉਹ ਜੌਬ ਕਰ ਰਿਹਾ, ਉਹ ਬਿਜ਼ਨਸ, ਉਹ ਪ੍ਰੋਫੈਸ਼ਨ ਕਰ ਰਿਹਾ ਜਿੱਥੇ ਮੈਂ ਲੋਕਾਂ ਕੋਲ ਆਪਣੀ ਫੀਸ ਵੀ ਚਾਰਜ ਕਰ ਰਿਹਾ, ਉਹ ਲੋਕਾਂ ਦੀ ਦੁਆਵਾਂ ਵੀ ਕਮਾ ਰਿਹਾ। ਕਿਉਂਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਿਛਲੇ 14 ਸਾਲ 'ਚ ਇੱਕੋ ਮੇਰਾ ਮੇਨ ਅਸੂਲ ਰਿਹਾ, ਮੇਨ ਪ੍ਰਿੰਸੀਪਲ ਰਿਹਾ ਮੇਰਾ, ਉਹ ਮੇਰੀ ਟੀਮ ਨੂੰ, ਕਿ ਜਦੋਂ ਕੋਈ ਫਾਈਲ ਤੁਹਾਡੇ ਮੂਹਰੇ ਆ ਗਈ, ਕੋਈ ਬੱਚਾ ਤੁਹਾਡੇ ਮੂਹਰੇ ਬਹਿ ਗਿਆ, ਉਦੋਂ ਤੁਸੀਂ ਉਹਦੇ 'ਚ ਆਪਣਾ ਆਪ ਲੱਭਣ ਦੀ ਕੋਸ਼ਿਸ਼ ਕਰੋ, ਆਪਣਾ ਛੋਟਾ ਭਰਾ, ਆਪਣਾ ਛੋਟਾ ਭੈਣ ਲੱਭਣ ਦੀ ਕੋਸ਼ਿਸ਼ ਕਰੋ। ਉਹਦਾ ਅਗਰ ਵੀਜ਼ਾ ਰਿਫਿਊਜ਼ ਹੋਵੇ ਤੁਹਾਡੇ ਤੇ ਕੀ ਬੀਤੇਗੀ। ਸੋ ਜਦੋਂ ਤੁਸੀਂ ਇੱਕ ਆਪਣਾ ਭੈਣ ਭਰਾ ਸਮਝ ਕੇ ਕੇਸ ਨੂੰ ਡੀਲ ਕਰਦੇ ਹੋ ਤਾਂ ਉਦੋਂ ਫਿਰ ਚੀਟਿੰਗ ਵਾਲਾ ਜਾਂ ਫਰਾਡ ਵਾਲਾ ਜਾਂ ਧੋਖਾਧੜੀ ਵਾਲਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਬੜੇ ਉੱਚੇ ਨੇਵੇਂ, ਬੜੇ ਵਿੰਗੇ ਟੇਡੇ, ਬੜੇ ਮਿੱਠੇ ਕੋੜੇ ਤਜਰਬੇ ਰਹੇ ਜ਼ਿੰਦਗੀ ਨਾਲ। ਬਟ ਯੈਸ, ਸਿੱਖਣ ਨੂੰ ਬੜਾ ਕੁਝ ਮਿਲਿਆ। ਉਹ ਦੁਆਵਾਂ ਕਰਦਾ ਐਂਡ ਸ਼ੁਭਕਾਮਨਾਵਾਂ ਦਿੰਦਾ ਜਿਹੜੇ ਨਵੇਂ ਇਸ ਇੰਡਸਟਰੀ 'ਚ ਆ ਰਹੇ ਨੇ। ਚੰਗੀ ਸੋਚ ਲੈ ਕੇ ਆਓ, ਚੰਗਾ ਮੋਟਿਵ ਲੈ ਕੇ ਆਓ, ਇੱਕ ਚੰਗੀ ਨੀਅਤ ਲੈ ਕੇ ਆਓ ਤਾਂ ਕਿ ਇਸ ਇੰਡਸਟਰੀ 'ਚ ਆਪਣਾ ਇੱਕ ਚੰਗਾ ਨਾਮ ਬਣਾ ਸਕੋ ਔਰ ਕਿਸੇ ਜ਼ਿੰਦਗੀ 'ਚ ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਬਣਾ ਸਕੋ। ਤੇ ਸਰ ਇਸ ਤੇ ਪੁੱਛਣਾ ਚਾਹਾਂਗੀ ਕਿ ਜਿਹੜੇ ਵਿਦਿਆਰਥੀ ਕੈਨੇਡਾ ਤੇ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ? ਤੁਹਾਡੇ ਸਵਾਲ ਨੂੰ ਥੋੜ੍ਹਾ ਜਿਹਾ ਮੈਂ ਮੋਡੀਫਾਈ ਕਰਦਾ। ਇਕੱਲਾ ਕੈਨੇਡਾ ਹੀ ਨਹੀਂ, ਆਰਐਸ ਗਲੋਬਲ ਘੱਟੋ ਘੱਟ 30 ਤੋਂ ਉੱਪਰ ਮੁਲਕਾਂ 'ਚ ਬੱਚੇ ਭੇਜਦੀ ਹੈ। ਕਿਉਂਕਿ ਮੈਂ ਗੱਲ ਕੀਤੀ, ਮੈਂ ਕੋਈ ਟਰੈਵਲ ਏਜੰਟ ਨਹੀਂ, ਮੈਂ ਵੀਜ਼ਾ ਕਾਉਂਸਲਰ ਨਹੀਂ, ਮੈਂ ਕਰੀਅਰ ਕਾਉਂਸਲਰ ਹਾਂ। ਸੋ ਇਕੱਲਾ ਕੈਨੇਡਾ ਨਹੀਂ, ਤੁਸੀਂ ਯੂਕੇ ਪੜ੍ਹਨ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਯੂਰਪ 'ਚ ਪੜ੍ਹਨਾ ਚਾਹੁੰਦੇ ਹੋ, ਅਮਰੀਕਾ 'ਚ ਪੜ੍ਹਨ ਜਾਣਾ ਚਾਹੁੰਦੇ ਹੋ, ਜਾਪਾਨ 'ਚ ਪੜ੍ਹਨਾ ਚਾਹੁੰਦੇ ਹੋ, ਦੁਬਈ 'ਚ ਜਾ ਕੇ ਪ੍ਰੋਫੈਸ਼ਨ ਸ਼ੈਫ ਦਾ ਕੋਰਸ ਕਰਨਾ ਚਾਹੁੰਦੇ ਹੋ। ਸੋ ਜ਼ਿੰਦਗੀ ਦੇ ਇੱਕ ਨੈਕਸਟ ਲੈਵਲ 'ਤੇ ਇੱਕ ਚੰਗੇ ਭਵਿੱਖ ਦੀ ਤਾਂਘ 'ਚ, ਉਮੀਦ 'ਚ ਕਿਤੇ ਆਰਐਸ ਗਲੋਬਲ ਦੇ ਕੋਲ ਆਉਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਇੱਕ ਨਹੀਂ ਘੱਟੋ ਘੱਟ 30 ਮੁਲਕਾਂ ਦੀ ਆਪਸ਼ਨ ਹੈ। ਸੋ ਕੈਨੇਡਾ ਇਸ ਕਰਕੇ ਕਿਉਂਕਿ ਪੰਜਾਬੀਆਂ ਦੀ ਪਹਿਲੀ ਫੇਵਰਟ ਡੈਸਟੀਨੇਸ਼ਨ ਬਣੀ ਹੈ। ਅੱਜ ਟੋਰਾਂਟੋ ਦੀ ਗੱਲ ਕਰੀਏ, ਬਰੈਂਪਟਨ ਦੀ ਗੱਲ ਕਰੀਏ, ਵੈਨਕੂਵਰ, ਸਰੀ ਦੀ ਗੱਲ ਕਰੀਏ, ਦੂਜਾ ਪੰਜਾਬ ਬਣ ਗਿਆ। ਇੰਗਲਿਸ਼ ਦੀ ਥਾਂ 'ਤੇ ਹੁਣ ਪੰਜਾਬੀ ਨੂੰ ਵੀ ਦੂਜੀ ਲੈਂਗੁਏਜ ਦਰਜਾ ਉੱਥੇ ਮਿਲ ਚੁੱਕਿਆ ਹੈ। ਐਂਡ ਘੱਟੋ ਘੱਟ 40% ਲਗਭਗ MP ਪਾਰਲੀਮੈਂਟ 'ਚ ਕੈਨੇਡਾ 'ਚ ਪੰਜਾਬ ਦੇ ਬੰਦੇ, ਇੰਡੀਆ ਦੇ ਬੰਦੇ ਬੈਠੇ ਨੇ। ਸੋ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ ਜਾਂ ਯੂਕੇ ਪੜ੍ਹਨ ਜਾਣਾ ਚਾਹੁੰਦੇ ਹੋ ਜਾਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਮੈਂ ਇੱਕੋ ਗੱਲ ਸਮਝਾਉਣਾ, ਅੱਗੇ ਵੀ ਕਈ ਵਾਰ ਕਿਸੇ ਮੰਚ 'ਤੇ ਬੋਲੀ ਹੈ, ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਨਾ ਸਿੱਖੋ ਜੋ ਤੁਹਾਨੂੰ ਇੱਕ ਚੰਗਾ ਕਰੀਅਰ ਦੇ ਸਕੇ। ਵਿੱਚ ਕਈ 4 ਕੱਕੇ ਆਉਂਦੇ ਆ। ਪਹਿਲਾ ਚੰਗਾ ਕੱਕਾ ਕੰਸਲਟੈਂਟ, ਦੂਜਾ ਚੰਗਾ ਕੱਕਾ ਕੰਟਰੀ, ਤੀਜਾ ਚੰਗਾ ਕੱਕਾ ਕਾਲਜ, ਚੌਥਾ ਚੰਗਾ ਕੱਕਾ ਕੋਰਸ, ਪੰਜਵਾਂ ਚੰਗਾ ਕੱਕਾ ਕਰੀਅਰ ਬਣ ਸਕਦਾ। ਪਹਿਲਾ ਕੱਕਾ ਕੰਸਲਟੈਂਟ ਗਲਤ ਹੋ ਗਿਆ, ਉਹਨੇ 4 ਕੱਕੇ ਗਲਤ ਕਰਕੇ ਕਰੀਅਰ ਦਾ ਬੇੜਾ ਗਰ ਕਰ ਦੇਣਾ। ਸੋ ਇੱਕ ਚੰਗਾ ਕੱਕਾ ਕੈਨੇਡਾ ਵੀ ਆ ਗਿਆ ਫਿਰ ਤੁਹਾਡਾ। ਜੇ ਚੰਗਾ ਇੱਕ ਕੈਨੇਡਾ 'ਚ ਭਵਿੱਖ ਬਣਾਉਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਆਪਣੇ ਕੋਰਸ, ਆਪਣੀ ਸਟੱਡੀ, ਆਪਣੀ ਉਸ ਐਜੂਕੇਸ਼ਨ ਨੂੰ ਤਰਜੀਹ ਦਿਓ ਜਿੰਨੇ ਤੁਹਾਨੂੰ ਕੱਲ੍ਹ ਨੂੰ PR ਦਿਵਾਉਣੀ ਹੈ। 90% ਸਟੂਡੈਂਟ, ਮੈਂ ਘੱਟ ਕਹਿ ਤਾ, 99% ਸਟੂਡੈਂਟ ਪੰਜਾਬ 'ਚ ਪੜ੍ਹਨ ਨਹੀਂ ਜਾਂਦੇ, ਪੜ੍ਹਾਈ ਦਾ ਬਹਾਨਾ ਲੈ ਕੇ ਇੱਕ ਚੰਗੇ ਭਵਿੱਖ ਦੀ ਉਮੀਦ ਨਾਲ ਜਾਂਦੇ ਆ। ਮੇਰੀ ਇਸ ਗੱਲ ਨਾਲ ਹਰ ਉਹ ਬੱਚਾ, ਹਰ ਉਹ ਦੋਸਤ, ਹਰ ਉਹ ਭੈਣ ਭਰਾ, ਮਾਂ ਪਿਓ ਸਹਿਮਤ ਹੋਣਗੇ ਕਿ ਵਾਕਈ ਸਾਡਾ ਬੱਚਾ ਪੜ੍ਹਨ ਤਾਂ ਭੇਜ ਰਹੇ ਹਾਂ, ਬਟ ਆਪਾਂ ਸੋਚਦੇ ਕਿ ਉਹਨੂੰ ਕੱਲ੍ਹ ਨੂੰ PR ਮਿਲ ਜੇ, ਕੱਲ੍ਹ ਨੂੰ ਚੰਗਾ ਭਵਿੱਖ ਬਣ ਜੇ, ਬੱਚੇ ਨਾਲ ਅਸੀਂ ਵੀ ਕੱਲ੍ਹ ਨੂੰ ਬਾਹਰ ਚਲੇ ਜਾਈਏ। ਇਹ ਸੋਚ ਹੈ। ਤੇ ਜੇ ਸੋਚ PR ਲੈਣ ਦੀ ਹੈ, ਚੰਗਾ ਭਵਿੱਖ ਬਣਾਉਣ ਦੀ ਹੈ, ਤਾਂ ਫਿਰ ਇੱਕ ਚੰਗੀ ਐਜੂਕੇਸ਼ਨ, ਚੰਗਾ ਕੋਰਸ ਚੋਣ ਕਰਕੇ ਜਾਓ। ਮੈਂ ਅੱਗੇ ਵੀ ਕਈ ਵਾਰ ਬੋਲਦਾ, ਜਦੋਂ ਕੋਈ ਇਮਾਰਤ ਖੜੀ ਕਰਨੀ, 10 ਮੰਜ਼ਿਲਾ ਬਿਲਡਿੰਗ ਖੜੀ ਕਰਨੀ, ਤਾਂ ਨੀਂਹ ਚੰਗੀ ਸਟਰੋਂਗ ਪਾਓ, ਵਿੱਚ ਵਧੀਆ ਸਰੀਆ, ਬਜਰੀ, ਰੇਤਾ ਪਾਓ, ਤਾਂ ਕਿ ਤੁਹਾਡੀ ਜਿਹੜੀ ਨੀਂਹ ਜਦੋਂ ਸਟਰੋਂਗ ਹੋਏਗੀ ਨਾ, ਤਾਂ ਉੱਪਰ ਭਾਵੇਂ 10 ਬਿਲਡਿੰਗਾਂ, 10 ਮੰਜ਼ਿਲਾਂ ਉੱਪਰ ਖੜੀਆਂ ਕਰ ਦਿਓ। ਤੇ ਜੇ ਤੁਹਾਡੀ ਨੀਂਹ ਮਾੜੀ ਹੈ ਤਾਂ ਉੱਪਰ 2 ਮੰਜ਼ਿਲਾਂ ਨਹੀਂ ਪੈਣੀਆਂ। ਸੋ ਜਿਹੜਾ ਤੁਹਾਡਾ ਕੋਰਸ ਹੈ, ਉਹ ਤੁਹਾਡੇ PR ਦੀ ਜਿਹੜੀ ਇਮਾਰਤ ਹੈ ਉਹਦੀ ਇੱਕ ਫਾਊਂਡੇਸ਼ਨ ਹੈ, ਉਹਦੀ ਨੀਂਹ ਹੈ। ਇੱਕ ਚੰਗੀ ਐਜੂਕੇਸ਼ਨ, ਇੱਕ ਚੰਗਾ ਕੋਰਸ ਚੋਣ ਕਰਕੇ ਜਾਓ। ਉਹ ਵਾਲਾ ਕੋਰਸ ਚੋਣ ਕਰੋ ਜੋ ਤੁਹਾਡੀ ਪਿਛਲੀ ਪੜ੍ਹਾਈ ਨਾਲ ਰਲਦਾ ਔਰ ਤੁਹਾਡਾ ਇੰਟਰਸਟ ਫੈਕਟਰ 'ਚ ਹੈਗਾ, ਤੁਹਾਡਾ ਸ਼ੌਂਕ ਉਹਦੇ 'ਚ ਹੈਗਾ। तो जे इदां दी गल होंदी तो कैनेडा एक वो मुल्क है जिथे तकरीबन 100 तो उपर तरह के प्रोग्राम्स ने, मैं 100 भी घट कहता, 150 तो उपर तरह के प्रोग्राम्स ने हर एक बच्चे लिए। आर्ट्स बैकग्राउंड हो, कॉमर्स बैकग्राउंड हो, नॉन मैडिकल पढ़े हो या मैडिकल पढ़े हो, हर एक तरह के प्रोग्राम अवेलेबल। बट डिपेंड करता कि तुसीं किद्दां दे कंसलटेंट चोन कर रहे हो जिन्होंने वाकई उन्होंने कोर्स बारे पता, या खुद वो अपनी एजुकेशन किसी बाहरले मुल्क तो लैके आया, या खुद वो पिछले 8-10 साल की सक्सैस स्टोरीज की क्रिएट की ने। सो कैनेडा पढ़न जाना चाहते बहुत सारी गल्लां ख्याल रखना पैंदा। आप इस एपीसोड च लड़ीवार एक एक करके दसने की कोशिश करांगे।
ਤੇ ਸਰ ਜਿੱਦਾਂ ਪੰਜਾਬ ਵਿੱਚ 1000 ਏਜੰਟ ਹੈ, ਹਜ਼ਾਰਾਂ ਤੋਂ ਵੱਧ ਏਜੰਟ ਹੈ ਜੋ ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦੇ ਨੇ, ਤੇ ਬੱਚੇ ਜੋ ਸਟੂਡੈਂਟਸ ਹੈਗੇ ਉਹਨਾਂ ਨੂੰ ਛੱਡ ਕੇ ਤੁਹਾਡੇ ਕੋਲ ਕਿਉਂ ਆਣ? ਕਿਉਂ, ਤੁਸੀਂ ਕੀ ਖਾਸ ਦੋਗੇ ਇੱਦਾਂ ਦਾ? ਨਹੀਂ, ਮੈਂ ਤਾਂ ਕਦੇ ਕਿਸੇ ਨੂੰ ਨਹੀਂ ਕਿਹਾ ਜੀ ਮੇਰੇ ਕੋਲ ਆਓ, ਤੇ ਬੱਚੇ ਦੀ ਆਪਣੀ ਸਿਲੈਕਸ਼ਨ, ਆਪਣੀ ਚੁਆਇਸ ਹੁੰਦੀ ਹੈ। ਕਿਸੇ ਨੂੰ ਮੇਰੀ ਗੱਲਾਂ ਚੰਗੀਆਂ ਲੱਗਦੀਆਂ ਮੇਰੇ ਕੋਲ ਆਉਂਦਾ, ਮੇਰੀ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਕਿਸੇ ਹੋਰ ਕੋਲ ਜਾਂਦਾ, ਇਹਦਾ ਆਪਣਾ ਪਲੱਸ ਫੈਕਟਰ ਹੈ। ਪਰ ਯਸ ਇੰਨਾ ਜ਼ਰੂਰ ਦੱਸਣਾ ਚਾਹੂੰਗਾ ਕਿ ਲੋਕਾਂ ਦਾ ਪਿਆਰ ਪਿਛਲੇ 15 ਸਾਲ 'ਚ ਮੈਨੂੰ ਲੱਗਦਾ ਸ਼ਾਇਦ ਪੰਜਾਬ ਦੀ ਇਕਲੌਤੀ ਇਹੋ ਜਿਹੀ ਕੰਪਨੀਆਂ, ਨੋਟ ਪੰਜਾਬ, ਪੂਰੇ ਨਾਰਥ ਇੰਡੀਆ ਦੀ ਜਿਹੜੇ ਇੰਨੇ ਮੁਲਕਾਂ ਨੂੰ ਡੀਲ ਕਰਦੀ, ਇੰਨੇ ਮੁਲਕਾਂ 'ਚ ਬੱਚੇ ਭੇਜਦੀ ਹੈ। ਕੋਈ ਕੈਨੇਡਾ ਦਾ ਐਕਸਪਰਟ ਆ, ਕੋਈ ਯੂਕੇ ਦਾ ਐਕਸਪਰਟ ਆ, ਕੋਈ ਆਸਟ੍ਰੇਲੀਆ ਐਕਸਪਰਟ ਆ, ਬਟ RS ਗਲੋਬਲ 30 ਮੁਲਕਾਂ 'ਚ ਬੱਚੇ ਭੇਜਦੀ ਹੈ। ਅੱਜ ਕੋਈ ਗਿਣਵਾ ਚੁਣਵਾ ਹੀ ਕੰਸਲਟੈਂਟ ਹੋਊਗਾ ਜਿਹਨੇ ਬੱਚੇ ਜਾਪਾਨ ਪੜ੍ਹਨ ਭੇਜੇ। ਕੋਈ ਪੰਜਾਬ ਦਾ ਇੱਕ ਅੱਧਾ ਕੰਸਲਟੈਂਟ ਇਹੋ ਜਿਹਾ ਹੈਗਾ ਜਿਹਨੇ ਬੱਚੇ ਦੁਬਈ 'ਚ ਸ਼ੈਫ ਬਣਾ ਕੇ ਕੱਲ੍ਹ ਨੂੰ ਅਮਰੀਕਾ ਜਾਂ ਕੈਨੇਡਾ ਵਰਕ ਪਰਮਿਟ 'ਤੇ ਭੇਜੇ ਆ। ਜਾਂ ਸਟੂਡੈਂਟ ਤੋਂ ਇਲਾਵਾ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਜਿਵੇਂ ਪਰਮਨੈਂਟ ਰੈਜ਼ੀਡੈਂਸੀ, ਕੈਨੇਡਾ ਦੀ PNP ਦੇ ਅੰਡਰ ਜਾਂ ਐਕਸਪ੍ਰੈਸ ਐਂਟਰੀ ਦੇ ਅੰਡਰ ਜਾਂ ਇਨਵੈਸਟਮੈਂਟ ਕੈਟਾਗਰੀ ਅੰਡਰ ਜਾਂ ਬਿਜ਼ਨਸ ਵੀਜ਼ਾ ਵੀ ਡੀਲ ਕਰਦੇ ਹੋਣਗੇ। ਸੋ ਵਾਈਡ ਰੇਂਜ ਆਫ ਆਪਸ਼ਨਸ ਇੱਕੋ ਜਦੋਂ ਤੁਹਾਨੂੰ ਪਲੇਟਫਾਰਮ ਛੱਤ ਥੱਲੇ ਮਿਲਦੀਆਂ ਤਾਂ ਬੱਚਿਆਂ ਨੂੰ ਲੱਗਦਾ ਕਿ ਯਾਰ ਮੈਨੂੰ ਥਾਂ ਤੇ ਜਾਣ ਦੀ ਲੋੜ ਨਹੀਂ, ਕਿਉਂਕਿ ਸਾਡੇ ਅੱਜ RS ਗਲੋਬਲ ਦੇ ਜਿੱਥੇ ਪੰਜਾਬ ਦੇ ਵਿੱਚ 3 ਦਫ਼ਤਰ ਹੈ, ਜਲੰਧਰ, ਮੋਹਾਲੀ, ਅੰਮ੍ਰਿਤਸਰ 'ਚ, ਉੱਥੇ ਓਵਰਸੀਜ਼ ਵਿੱਚ ਆਸਟ੍ਰੇਲੀਆ 'ਚ, ਮੈਲਬਨ 'ਚ, ਕੈਨੇਡਾ 'ਚ ਮਿਸੀਸਾਗਾ ਤੇ ਵਿਨੀਪੈਗ 'ਚ ਦਫ਼ਤਰ। ਤਾਂ ਬੱਚਿਆਂ ਨੂੰ ਇਹ ਲੱਗਦਾ ਕਿ ਪੋਸਟ ਲੈਂਡਿੰਗ ਸਰਵਿਸਿਜ਼ ਨਾਲ ਮਿਲਦੀਆਂ। ਪਲੱਸ ਜਿਹੜਾ ਹੁਣ ਤੱਕ ਇੰਨੇ ਹਜ਼ਾਰਾਂ ਬੱਚੇ ਭੇਜ ਚੁੱਕੇ, ਉਹਨਾਂ ਦੇ ਭੇਜੇ ਹੋਏ ਜਿਹੜੇ ਅੱਗੇ ਰੈਫਰੈਂਸ ਸਾਡੇ ਕੋਲ ਜ਼ਿਆਦਾ ਆਉਂਦੇ। ਔਰ ਮੋਰ ਓਵਰ ਪੰਜਾਬ ਦੇ ਲੋਕਾਂ ਨੇ ਸਾਡੇ ਮੱਥੇ 'ਤੇ ਇੱਕ ਟੈਗ ਫਿਕਸ ਕਰਤਾ ਪਿਛਲੇ 10 ਕੁ ਸਾਲਾਂ ਤੋਂ ਵੀ ਜਿਹਨੂੰ ਕੋਈ ਨਹੀਂ ਚੱਲਦਾ ਉਹਨੂੰ RS ਗਲੋਬਲ ਚੱਲਦਾ, ਰਿਫਿਊਜ਼ਲ ਕੇਸਾਂ 'ਚ ਮਾਹਰ। ਤੁਸੀਂ ਅੱਜ ਸਾਡੀ ਫੇਸਬੁੱਕ ਪੇਜ 'ਤੇ ਜਾ ਕੇ ਵੇਖੋ, 47% ਨਾਲ ਵੀਜ਼ਾ ਕਿਸੇ ਕੰਸਲਟੈਂਟ ਦਿਖਾਇਆ ਨਹੀਂ ਕੈਨੇਡਾ ਦਾ। RS ਗਲੋਬਲ ਨੇ ਅਕਸ਼ੇ ਪਰਾਸ਼ਰ ਦਾ 47% ਨੇ ਵੀਜ਼ਾ ਦਿਖਾਇਆ। 23 ਸਪਲੀਜ਼ ਦੇ ਨਾਲ ਨਵਨੀਤ ਕੌਰ ਦਾ ਵੀਜ਼ਾ ਦਿਖਾਇਆ। 6 ਰਿਫਿਊਜ਼ਲ ਤੋਂ ਬਾਅਦ ਬੱਚੇ ਦਾ ਵੀਜ਼ਾ ਦਿਖਾਇਆ। ਰੁਪਿੰਦਰ ਕੌਰ ਦਾ 10 ਸਾਲ ਦੇ ਪੜ੍ਹਾਈ ਦੇ ਗੈਪ ਤੋਂ ਬਾਅਦ ਕੈਨੇਡਾ ਵੀਜ਼ਾ ਦਿਖਾਇਆ। ਸੋ ਜਦੋਂ ਇਹੋ ਜਿਹੀ ਤੁਸੀਂ ਸਕਸੈਸ ਸਟੋਰੀਜ਼ ਕ੍ਰੀਏਟ ਕਰਦੇ ਹੋ, ਫਿਰ ਮੈਂ ਨਹੀਂ ਕਹਿੰਦਾ ਮੇਰੇ ਕੋਲ ਆਓ, ਲੋਕੀ ਆਪਣੇ ਆਪ ਆਪਣਾ ਇੱਕ ਫਿਕਸ ਕਰ ਲੈਂਦੇ ਨੇ ਦਿਮਾਗ 'ਚ ਕਿ ਇਹ ਬੰਦਾ ਮੇਰਾ ਚੰਗਾ ਭਵਿੱਖ ਬਣਾ ਸਕਦਾ। ਸੋ ਕੀਤੇ ਹੋਏ ਕੰਮ ਜਿਹੜੇ ਪਿਛਲੇ 14-15 ਸਾਲ ਦੇ ਨੇ, ਉਹ ਜਦੋਂ ਲੋਕਾਂ ਮੋਰੇ ਸਕਸੈਸ ਸਟੋਰੀ ਆਉਂਦੀਆਂ ਨੇ ਤਾਂ ਆਟੋਮੈਟਿਕਲੀ RS ਗਲੋਬਲ ਨੂੰ ਚੂਜ਼ ਕਰਦੇ ਨੇ। ਤੇ ਸਰ ਜੋ ਹੁਣੇ ਕੈਨੇਡਾ ਸਰਕਾਰ ਨੇ ਨਵੀਆਂ ਨੀਤੀਆਂ ਜਾਰੀ ਕੀਤੀਆਂ ਹੋਈਆਂ ਨੇ, ਉਹਨਾਂ ਬਾਰੇ ਤੁਸੀਂ ਕੋਈ ਗੱਲ ਸਾਂਝੀ ਕਰੋ। ਹਾਲੇ ਤੱਕ ਕਈ ਬੱਚੇ ਇੱਦਾਂ ਦੇ ਜੋ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਨੇ। ਦੇਖੋ, ਕੈਨੇਡਾ ਗਵਰਨਮੈਂਟ ਨਹੀਂ ਇਕੱਲੀ, ਸਾਰੇ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ UK ਗੱਲ ਕਰੀਏ, ਜਿਹੜਾ COVID-19 ਦਾ ਜਿਹੜਾ ਪੈਂਡੇਮਿਕ ਚੱਲਿਆ, ਇਹਨੇ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਨੂੰ ਇੱਕ ਵੱਡਾ ਮੈਸੇਜ ਦਿੱਤਾ, ਹਿਲਾ ਕੇ ਰੱਖਤਾ। ਮੈਂ ਸ਼ੁਰੂਆਤੀ ਗੱਲ ਕਰਾਂ, ਜਦੋਂ COVID-19 ਦੀ ਸ਼ੁਰੂਆਤ ਹੋਈ ਸੀ ਔਰ ਲੋਕਡਾਊਨ ਕਰਕੇ ਲੋਕ ਘਰਾਂ 'ਚ ਬੈਠੇ ਸੀ, ਦਫ਼ਤਰ ਸਭ ਬੰਦ ਸੀ, ਘਰੋਂ ਕੰਮ ਕਰ ਰਹੇ ਸੀ, ਕੈਨੇਡਾ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਔਰ ਨਵੀਂ ਇੰਪਲੀਮੈਂਟੇਸ਼ਨ ਆਪਣੀ ਵੈਬਸਾਈਟ 'ਤੇ ਪਾਈ ਸੀ। ਕਾਨੂੰਨ ਪਹਿਲਾਂ ਕਹਿੰਦਾ ਸੀ ਕਿ ਬੱਚਾ ਜਿਹੜਾ ਕੈਨੇਡਾ ਆਉਂਦਾ 2 ਸਾਲ ਐਜੂਕੇਸ਼ਨ ਕੈਨੇਡਾ 'ਚ ਲਏਗਾ, ਉਹੀ 3 ਸਾਲ ਦਾ ਵਰਕ ਪਰਮਿਟ ਲੈਣ ਦਾ ਅਧਿਕਾਰਤ ਹੈ ਜਾਂ ਹੱਕਦਾਰ ਹੈ। ਬਟ COVID-19 ਦੇ ਵਿੱਚ ਕੈਨੇਡਾ ਗਵਰਨਮੈਂਟ ਨੇ ਕਿਹਾ ਜੀ ਹੁਣ ਕੋਈ ਗੱਲ ਨਹੀਂ, 2 ਸਾਲ ਪੜ੍ਹਨ ਦੀ ਲੋੜ ਨਹੀਂ, ਤੁਸੀਂ ਵੀਜ਼ਾ ਲੈ ਲਿਆ, ਤੁਸੀਂ ਘਰੇ ਬੈਠੇ ਆਪਣੇ ਇੰਡੀਆ ਵਿੱਚ ਬੈਠੇ ਆਪਣੇ ਪੰਜਾਬ 'ਚ ਬੈਠੇ ਘਰੋਂ ਔਨਲਾਈਨ ਐਜੂਕੇਸ਼ਨ ਲਓ। 50% ਆਫ ਯੂਰ ਕੋਰਸ, ਯਾਨੀ ਕਿ 2 ਸਾਲ ਵਿੱਚੋਂ 1 ਸਾਲ ਐਜੂਕੇਸ਼ਨ ਅਗਰ ਕੈਨੇਡਾ 'ਚ ਲੈਂਦੇ ਹੋ ਤਾਂ ਵੀ ਤੁਹਾਨੂੰ 3 ਸਾਲ ਦਾ ਵਰਕ ਮਿਲੇਗਾ। ਉਹ 2 ਸਾਲ ਵਾਲਾ ਜਿਹੜਾ ਕਲੋਜ਼ ਖਤਮ ਕਰਤਾ ਗਿਆ। ਉਸ ਤੋਂ ਬਾਅਦ ਕੈਨੇਡਾ ਨੇ ਘਰੇ ਬੈਠੇ ਬੱਚਿਆਂ ਨੂੰ, ਇੰਟਰਨੈਸ਼ਨਲ ਵਿਦਿਆਰਥੀਆਂ ਨੂੰ $2000 ਇੰਟਰਨੈਸ਼ਨਲ ਬੱਚਿਆਂ ਨੂੰ ਦਿੱਤਾ। ਮੈਂ ਜਿੱਥੇ ਬੈਠ ਕੇ ਇੰਡੀਆ ਸਰਕਾਰ ਦੀਆਂ ਕੋਈ ਇੱਥੇ ਬੁਰਾਈਆਂ ਨਹੀਂ ਕਰੂੰਗਾ ਜਾਂ ਕੈਨੇਡਾ ਸਰਕਾਰ ਦੀਆਂ ਚੰਗੀਆਂ ਨਹੀਂ ਗਿਣਾਉਂਗਾ, ਬਟ ਇੰਡੀਆ ਸਰਕਾਰ ਨੇ ਆਮ ਇੱਕ ਨਾਗਰਿਕ ਨੂੰ ਕੀ ਦਿੱਤਾ, ਤੇ ਕੈਨੇਡਾ ਵਾਲਿਆਂ ਨੇ ਇੰਟਰਨੈਸ਼ਨਲ ਬੱਚਾ ਜਿਹੜਾ ਉਹਨਾਂ ਦਾ ਆਪਣਾ ਵਸਨੀਕ ਵੀ ਨਹੀਂ ਸੀਗਾ, ਜਿਹੜਾ ਇੰਡੀਆ ਤੋਂ ਗਿਆ ਜਾਂ ਚਾਈਨਾ ਤੋਂ ਗਿਆ ਜਾਂ ਨੇਪਾਲ ਤੋਂ ਗਿਆ ਜਾਂ ਪਾਕਿਸਤਾਨ ਤੋਂ ਗਿਆ, ਉਹਦੇ ਖਾਤੇ 'ਚ $2000 ਪਾਇਆ। ਇਸੇ ਕਰਕੇ ਅੱਜ ਕੈਨੇਡਾ ਬੱਚਿਆਂ ਦੀ ਪਹਿਲੀ ਪਸੰਦ ਬਣਿਆ। ਰਹੀ ਗੱਲ ਬਦਲਾਵ ਦੀ, ਰਹੀ ਗੱਲ ਜਿਹੜੇ ਨਵੇਂ ਚੇਂਜਸ ਆਏ ਨੇ, ਉਹਦੇ 'ਚ ਇਹ ਕਿਹਾ ਗਿਆ ਵੀ ਹੁਣ ਇਹ ਇਕੱਲਾ ਕੈਨੇਡਾ ਨੇ ਕਹਿਤਾ, ਸਾਰੇ ਮੁਲਕਾਂ ਨੇ ਕਿਹਾ ਸਾਡੇ ਮੁਲਕ ਆਉਣਾ ਪਹਿਲਾਂ ਆਪਣਾ ਕੋਵਿਡ ਦਾ ਟੈਸਟ ਕਰਵਾ ਕੇ ਆਓ, ਹੱਥ 'ਚ ਰਿਪੋਰਟ ਹੋਵੇ। ਹੁਣ ਤਾਂ ਇੰਜੈਕਸ਼ਨ ਦੀ ਵੀ ਗੱਲ ਹੋ ਚੁੱਕੀ ਕਿ ਆਪਣੀ ਵੈਕਸੀਨੇਸ਼ਨ ਲਵਾ ਕੇ ਹੋਵੇ, ਤੁਹਾਡੇ ਕੋਲ ਸਰਟੀਫਿਕੇਟ ਹੈ ਵੈਕਸੀਨੇਸ਼ਨ ਦਾ, ਤਾਂ ਅਸੀਂ ਐਂਟਰ ਕਰਨ ਦੇਵਾਂਗੇ। ਸੋ ਕੋਵਿਡ ਟੈਸਟ ਕਰਾ ਕੇ ਆਓ। ਕੈਨੇਡਾ 'ਚ ਜਦੋਂ ਤੁਸੀਂ ਏਅਰਪੋਰਟ 'ਤੇ ਉਤਰਨਾ, ਤੁਹਾਡੀ ਜੇਬ 'ਚ $2000 ਹੋਣਾ ਚਾਹੀਦਾ। 3 ਦਿਨ ਆਪਣੇ ਮਿੱਥੇ ਹੋਏ ਕਿਸੇ ਹੋਟਲ, ਕਿਸੇ ਰੈਸਟੋਰੈਂਟ, ਕਿਸੇ ਹੋਟਲ ਜਾਂ ਮੋਟਲ 'ਚ ਤੁਹਾਨੂੰ ਠਹਿਰਾਉਣਗੇ। ਤੁਹਾਡਾ ਟੈਸਟ ਦੀ ਰਿਪੋਰਟ 3 ਦਿਨ 'ਚ ਆਏਗੀ। ਅਗਰ ਰਿਪੋਰਟ ਤੁਹਾਡੀ ਪੋਜ਼ੀਟਿਵ ਆ ਜਾਂਦੀ ਹੈ, ਬਾਕੀ ਦੇ 11 ਦਿਨ, ਟੋਟਲ 14 ਦਿਨ ਦਾ ਕੁਆਰੰਟਾਈਨ ਜ਼ਰੂਰੀ ਹੈ। ਬਾਕੀ ਦੇ 11 ਦਿਨ ਤੁਸੀਂ ਉੱਥੇ ਕੁਆਰੰਟਾਈਨ ਕਰ ਸਕਦੇ ਹੋ, ਜਿੱਥੇ ਤੁਸੀਂ ਲਿਖ ਕੇ ਦਿੱਤਾ ਆਪਣੇ ਰਿਸ਼ਤੇਦਾਰ ਵਿੱਚ ਜਾਂ ਕਾਲਜ ਜਾਂ ਕਿਤੇ ਵੀ, ਜੋ ਤੁਸੀਂ ਪਹਿਲਾਂ ਡਿਕਲੇਅਰ ਕੀਤਾ। ਅਗਰ ਰਿਪੋਰਟ ਤੁਹਾਡੀ ਪੋਜ਼ੀਟਿਵ ਨਹੀਂ ਹੁੰਦੀ, ਨੈਗੇਟਿਵ ਆ ਜਾਂਦੀ ਹੈ, ਤੇ 14 ਦਿਨ ਉੱਥੇ ਰੱਖਾਂਗੇ ਜਿੱਥੇ ਤੁਸੀਂ ਏਅਰਪੋਰਟ ਵਾਲੇ ਜਾਂ ਜਿਹੜੀ ਏਅਰਪੋਰਟ ਅਥਾਰਟੀ ਜੋ ਤੁਹਾਨੂੰ ਡਿਸਾਈਡ ਕਰੇਗੀ ਜਿਹੜੇ ਹੋਟਲ ਜਾਂ ਮੋਟਲ ਤੁਹਾਨੂੰ ਠਹਿਰਾਉਣਾ। ਸੋ $2000 ਬੱਚੇ ਕੋਲ ਹੋਣਾ ਚਾਹੀਦਾ। ਇੱਥੇ ਵੀ ਗੱਲ ਦੱਸਦੇ ਹਾਂ, ਡਰਾ ਨਹੀਂ ਰਿਹਾ ਮੈਂ। ਅਗਰ COVID-19 ਦੀ ਜਿਹੜੀ ਕੁਆਰੰਟਾਈਨ ਦਾ ਜਿਹੜਾ ਤੁਹਾਡਾ ਤੁਸੀਂ ਕਰਨਾ ਹੈ, ਉਹਦੀਆਂ ਸ਼ਰਤਾਂ ਨੂੰ ਤੋੜਦੇ ਹੋ, ਰੂਲਸ ਨੂੰ ਤੋੜਦੇ ਹੋ, ਤਾਂ $7.5 ਲੱਖ ਲਗਭਗ $4.25 ਕਰੋੜ ਰੁਪਏ ਦੀ ਪੈਨਲਟੀ ਹੈ ਜਾਂ ਫਿਰ 6 ਮਹੀਨੇ ਦੀ ਕੈਦ ਹੈ। ਇਹ ਐਵੇਂ ਹਲਕੇ 'ਚ ਨਾ ਲੈ ਕੇ ਚੱਲਿਓ। ਸੋ ਬਾਹਰਲੇ ਮੁਲਕ, ਇੰਡੀਆ ਵੀ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਬੜਾ ਸਖਤ ਹੈ।
ਸੋ ਉੱਥੇ ਪੰਜਾਬੀਆਂ ਵਾਲੀ, ਉੱਥੇ ਹਿੰਦੁਸਤਾਨੀ ਵਾਲੀ ਜਾਂ ਉੱਥੇ ਉਹ ਮੱਤ ਨਹੀਂ ਚੱਲਣੀ, ਉੱਥੇ ਆ ਕੇ ਉਹਨਾਂ ਮੁਤਾਬਕ ਚੱਲਣਾ ਪੈਣਾ। ਸੋ ਜਦੋਂ ਜਾਣਾ ਤਾਂ ਉੱਥੇ ਤੁਹਾਨੂੰ ਉਹਨਾਂ ਨੇ ਇਹ ਨਹੀਂ ਕਹਿਣਾ ਜੀ ਤੁਸੀਂ 14 ਦਿਨ, ਮੈਂ ਕਿਹਾ ਜੀ ਮੈਂ ਇੱਥੇ ਆਪਣੇ ਮਾਮੇ ਦੇ ਘਰੇ 14 ਦਿਨ ਰਹਿਣਾ, ਤੁਹਾਨੂੰ ਉਹਨੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਖੜੇ ਕਰਨੇ ਕਿ ਦੇਖੀ ਬੰਦਾ ਬਾਹਰ ਜਾਂਦਾ ਕਿ ਨਹੀਂ ਜਾਂਦਾ। ਇਹ ਤੁਹਾਡੀ ਆਪਣੀ ਇਮਾਨਦਾਰੀ, ਤੁਸੀਂ 14 ਦਿਨ ਉੱਥੇ ਘਰ 'ਚ ਕੁਆਰੰਟਾਈਨ ਕਰੋਗੇ, ਘਰੋਂ ਬਾਹਰ ਨਹੀਂ ਨਿਕਲੋਗੇ। ਜੇ ਘਰੋਂ ਬਾਹਰ ਨਿਕਲ ਕੇ ਕਿਸੇ ਨੇ ਵੇਖ ਲਿਆ, ਸ਼ਿਕਾਇਤ ਕਰਤੀ, ਸਿੱਧਾ $7.5 ਲੱਖ ਦੀ ਪੈਨਲਟੀ ਹੈ, $4.25 ਕਰੋੜ ਦਿੱਤਾ ਨਹੀਂ ਜਾਣਾ ਕਿਸੇ ਕੋਲ, ਜਾਂ ਫਿਰ ਕੈਦ ਕੱਟੋਗੇ, ਉਹ ਸਾਰੀ ਉਮਰ ਦਾ ਉਸ ਮੁਲਕ ਤੋਂ ਬੈਨ ਲੱਗੂਗਾ। ਸੋ ਜਿਹੜੀਆਂ ਕੁਆਰੰਟਾਈਨ ਦੀਆਂ ਜਿਹੜੀਆਂ ਸ਼ਰਤਾਂ ਨੇ ਸਰਕਾਰ ਨੇ, ਇਕੱਲੇ ਕੈਨੇਡਾ ਹੀ ਨਹੀਂ, UK ਨੇ ਵੀ, ਐਂਡ ਬਾਕੀ ਵੀ ਜਿਹੜੇ ਮੁਲਕਾਂ 'ਚ ਟਰੈਵਲ ਖੁੱਲ੍ਹੇ ਆ, ਜਿਹੜੇ ਕੁਆਰੰਟਾਈਨ ਤੋਂ ਬਾਅਦ ਅੱਗੇ ਸਿੰਗਾਪੁਰ ਦੀ ਗੱਲ ਕਰ, ਹੋਰ ਮੁਲਕ ਹੈ। ਸੋ ਹਰ ਕੰਟਰੀ ਜਦੋਂ ਜਾਣਾ, ਟਰੈਵਲ ਕਰਨਾ, ਤਾਂ ਕੁਆਰੰਟਾਈਨ ਦੇ ਜਿਹੜੇ ਪਲਾਨਸ ਨੇ, ਜਿਹੜੀਆਂ ਸ਼ਰਤਾਂ ਨੇ, ਰੂਲਸ ਰੈਗੂਲੇਸ਼ਨ ਨੇ, ਉਹਨੂੰ ਸਮਝਣ ਦੀ ਲੋੜ ਹੈ। ਐਂਡ ਟਾਈਮ ਟੂ ਟਾਈਮ ਅਸੀਂ ਆਪਣੇ ਫੇਸਬੁੱਕ ਪੇਜ ਔਰ YouTube ਚੈਨਲ, ਆਈ ਥਿੰਕ ਬਹੁਤਿਆਂ ਨੇ ਜੇ ਲਾਈਕ ਜਾਂ ਸਬਸਕ੍ਰਾਈਬ ਕੀਤਾ ਹੋਏਗਾ, ਨਹੀਂ ਕੀਤਾ ਤਾਂ ਹੁਣੇ ਲਾਈਕ ਕਰ ਲਓ। RS ਗਲੋਬਲ ਇਮੀਗ੍ਰੇਸ਼ਨ ਜਲੰਧਰ ਦੇ ਨਾਂ ਤੇ ਫੇਸਬੁੱਕ ਪੇਜ ਔਰ RS ਗਲੋਬਲ ਇਮੀਗ੍ਰੇਸ਼ਨ ਦੇ ਨਾਂ ਤੇ YouTube ਚੈਨਲ, ਇਹ ਲਾਈਕ ਕਰੋਗੇ, ਘਰੇ ਬੈਠੇ ਮੋਬਾਈਲ ਫੋਨ ਦੇ ਜ਼ਰੀਏ ਨੋਟੀਫਿਕੇਸ਼ਨ ਆ ਜਾਏਗਾ ਅੱਜ ਕਿਹੜੀ ਨਵੀਂ ਵੀਡੀਓ ਪਾਏਗੀ ਆ। ਹਰ ਇੱਕ ਕੰਟਰੀ ਬਾਰੇ, ਨਵੇਂ ਰੂਲਸ ਰੈਗੂਲੇਸ਼ਨ ਬਾਰੇ, ਅਗਰ ਕੁਝ ਵੀਜ਼ਾ ਅਪਡੇਟਸ ਬਾਰੇ ਅਪਡੇਟ ਹੋਣਾ ਚਾਹੁੰਦੇ ਹੋ, ਆਪਣੇ ਆਪ ਨੂੰ ਸਹੀ ਔਰ ਗਲਤ ਦੀ ਪਹਿਚਾਣ ਕਰਨ ਲਈ ਕਾਬਲ ਬਣਾਉਣਾ ਚਾਹੁੰਦੇ ਹੋ, ਤਾਂ ਸਾਡਾ ਪੇਜ RS ਗਲੋਬਲ ਇਮੀਗ੍ਰੇਸ਼ਨ ਫੇਸਬੁੱਕ ਪੇਜ ਔਰ YouTube ਸਬਸਕ੍ਰਾਈਬ ਜ਼ਰੂਰ ਕਰ ਲਓ। ਤੇ ਸਰ ਅੱਜ ਕੱਲ ਬੜਾ ਟ੍ਰੈਂਡ ਚੱਲਿਆ ਹੋਇਆ ਆਫਟਰ ਵੀਜ਼ਾ ਪੇਮੈਂਟ, ਹੈ ਨਾ? ਬਟ ਜਦੋਂ ਬੱਚੇ ਜਾਂਦੇ ਆਫਿਸ ਜਾਂਦੇ, ਸਟੂਡੈਂਟਸ ਜਦੋਂ ਜਾਂਦੇ ਆਫਿਸ, ਬਟ ਉੱਥੇ ਜਾ ਕੇ ਸੱਚਾਈ ਕੁਝ ਹੋਰ ਨਿਕਲਦੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੜਾ ਵੱਡਾ ਟੌਪਿਕ ਹੈ, ਸਾਨੂੰ ਲਗਭਗ ਪੂਰਾ ਇੱਕ ਘੰਟੇ ਦਾ ਸ਼ੋਅ ਡੈਡੀਕੇਟ ਕਰਨਾ ਪੈਣਾ, ਬਟ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਗਾਗਰ 'ਚ ਸਾਗਰ ਪਾਉਣ ਦੀ, ਥੋੜ੍ਹਾ ਜਿਹਾ ਬਰੀਫ ਹੀ ਸਮਝਾਉਣ ਦੀ। ਜਿਹੜੀ ਇਹ ਇੰਡਸਟਰੀ ਹੈ ਨਾ ਅਮਨ, ਇਹ ਇੰਡਸਟਰੀ ਉਹ ਹੈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ, ਦਿਖਾਉਣ ਦੇ ਹੋਰ ਆ। ਤਾਂ ਜਿਹੜੇ ਦਿਖਾਏ ਜਾਂਦੇ ਉਹਦੇ ਨਾਲ ਕਦੀ ਹਾਥੀ ਖਾਂਦਾ ਨਹੀਂ, ਤੇ ਜਿੰਨਾ ਖਾਂਦਾ ਉਹ ਕਦੀ ਦਿਖਾਏ ਨਹੀਂ ਜਾਂਦੇ। ਸੋ ਜਦੋਂ ਦਾ ਸੋਸ਼ਲ ਮੀਡੀਆ ਐਕਟੀਵੇਟ ਹੋਇਆ ਪਿਛਲੇ 4-5 ਸਾਲਾਂ ਤੋਂ, ਫੇਸਬੁੱਕ, YouTube ਤੇ ਹਰ ਇੱਕ ਬੰਦੇ ਕੋਲ ਜਿਹਦੇ ਕੋਲ 5-7 ਹਜ਼ਾਰ ਦਾ ਸਮਾਰਟਫੋਨ ਆ ਗਿਆ ਨਾ, ਉਹ ਲੱਗਦਾ ਕਿ ਮੇਰੇ ਹੱਥ 'ਚ ਮਤਲਬ ਕਿੰਨਾ ਕੁ ਵੱਡੀ ਦੁਨੀਆ ਦੀ ਪਾਵਰ ਆ ਗਈ, ਮਤਲਬ ਮੈਂ ਤਾਂ ਦੁਨੀਆ ਦਾ ਬਾਦਸ਼ਾਹ ਬਣ ਗਿਆ। ਮੇਰੇ ਕੋਲ ਮਤਲਬ ਹਰ ਇੱਕ ਤਰ੍ਹਾਂ ਦੀ ਜੁਡੀਸ਼ਰੀ ਪਾਵਰ ਆ ਗਈ, ਕਿਸੇ ਨੂੰ ਗਲਤ ਤੇ ਆਪਣੇ ਆਪ ਨੂੰ ਸਹੀ ਕਹਿਣ ਦੀ। ਫੋਨ ਤੇ ਬੰਦਾ ਲਾਈਵ ਹੁੰਦਾ, ਮਿੰਟੋ ਮਿੰਟੀ ਆਪਣੇ ਆਪ ਨੂੰ ਵੀਜ਼ਾ ਐਕਸਪਰਟ ਤੇ ਕਿਸੇ ਨੂੰ ਬਿਲਕੁਲ ਰੱਦੀ ਕਰਕੇ ਰੱਖ ਦਿੰਦਾ। ਇਸ ਇੰਡਸਟਰੀ ਵਿੱਚ ਵੀ ਬੜੇ ਕੰਸਲਟੈਂਟ ਨੇ ਜਿਨ੍ਹਾਂ ਨੇ ਰੀਤ ਚਲਾਈ ਫੀਸ ਆਫਟਰ ਵੀਜ਼ਾ ਦੀ। ਮੈਂ ਸਿਰੇ ਤੋਂ ਇਸ ਗੱਲ ਨੂੰ ਨਕਾਰਦਾ। ਕਿਉਂ ਨਕਾਰਦਾ? ਅੰਬੈਸੀ ਦੀ ਗਾਈਡਲਾਈਨ ਦੇ ਮੁਤਾਬਕ ਅਗਰ ਕੋਈ ਏਜੰਟ ਇਹ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਡੀ ਫੀਸ ਭਰ ਰਿਹਾ, ਮੈਂ ਤੁਹਾਡਾ ਕੈਨੇਡਾ ਪੜ੍ਹਨ ਜਾਣ ਲਈ ਜਿਹੜਾ ਉੱਥੇ ਲਿਵਿੰਗ ਕਾਸਟ ਦਿਖਾਉਣੀ GAC ਮੈਂ ਭਰ ਰਿਹਾ, ਔਰ ਇਹ ਦੋਨੋਂ ਚੀਜ਼ਾਂ ਅੰਬੈਸੀ ਦੀ ਫਾਰਮ ਦੇ ਵਿੱਚ ਜਾਂ SOP 'ਚ ਲਿਖ ਕੇ ਦਿਖਾ ਦੇ, ਉਹਨੂੰ ਵੀਜ਼ਾ ਲੈ ਕੇ ਦਿਖਾ ਦੇ। ਕੋਈ ਵੀ ਹਾਈ ਕਮਿਸ਼ਨ, ਕੋਈ ਵੀ ਕੰਟਰੀ ਦੀ ਅੰਬੈਸੀ ਇਹ ਕਦੇ ਨਹੀਂ ਕਹਿੰਦੀ ਕਿ ਤੁਹਾਡੀਆਂ ਫੀਸਾਂ ਕੋਈ ਕੰਸਲਟੈਂਟ ਭਰੇ ਜਾਂ ਤੁਹਾਡੇ ਖਰਚੇ ਤੁਹਾਡੀ ਅੰਬੈਸੀ ਫੀਸ ਕੰਸਲਟੈਂਟ ਭਰੇ। ਅੰਬੈਸੀ ਦੀ ਗਾਈਡਲਾਈਨ ਦੇ ਮੁਤਾਬਕ ਬੱਚੇ ਦੇ ਕੋਲ, ਬੱਚੇ ਦੇ ਮਾਪਿਓ ਕੋਲ, ਉਹਦੇ ਪਰਿਵਾਰ ਕੋਲ 1 ਸਾਲ ਦੀ ਫੀਸ, 1 ਸਾਲ ਦਾ ਰਹਿਣ ਸਹਿਣ ਦਾ ਖਰਚਾ ਹੋਣਾ ਚਾਹੀਦਾ ਹੈ, ਜਿਹਨੂੰ ਅਸੀਂ ਫੰਡ ਸ਼ੋਅ ਕਹਿੰਦੇ ਆ। ਜਿਵੇਂ ਆਸਟ੍ਰੇਲੀਆ 'ਚ ਦਿਖਾਉਣੇ ਪੈਂਦੇ ਨੇ, UK 'ਚ 28 ਦਿਨ ਪੁਰਾਣੇ ਦਿਖਾਉਣੇ ਪੈਂਦੇ ਨੇ, ਨਿਊਜ਼ੀਲੈਂਡ 'ਚ ਦਿਖਾਉਣੇ ਪੈਂਦੇ ਨੇ, ਯੂਰਪ ਦਿਖਾਉਣੇ ਪੈਂਦੇ ਨੇ। ਸੋ ਕੈਨੇਡਾ ਵਾਲੇ ਕਹਿੰਦੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ, $10,200 ਆਪਣਾ ਕੈਨੇਡਾ 'ਚ ਅਕਾਊਂਟ ਖਿਲਾਓ, ਜਿਹਨੂੰ GIC ਕਹਿੰਦੇ, ਉੱਥੇ ਜਮ੍ਹਾਂ ਕਰਾਓ, ਆ ਕੇ 12 ਮਹੀਨਿਆਂ 'ਚ, ਸਾਲ ਦੇ 12 ਮਹੀਨਿਆਂ 'ਚੋਂ ਪੈਸੇ ਵਾਪਸ ਲੈ ਲਓ ਇੰਸਟਾਲਮੈਂਟ ਵਿੱਚ। ਉਹ ਜਿਹੜੀ ਆਪਣੀ ਫੀਸ ਆ ਉਹ ਸਾਲ ਦੀ ਪੇ ਕਰਕੇ ਆਓ, ਰਸੀਦ ਨਾਲ ਲਗਾਓ, ਜਿਹਨੂੰ ਲੈਟਰ ਆਫ ਐਕਸੈਪਟੈਂਸ ਕਹਿੰਦੇ ਆ। ਬਟ ਕੰਸਲਟੈਂਟ ਕਹਿੰਦਾ ਫੀਸ ਤੁਹਾਡੀ ਮੈਂ ਭਰ ਰਿਹਾ, GIC ਤੁਹਾਡਾ ਮੈਂ ਭਰ ਰਿਹਾ, ਅੰਬੈਸੀ ਫੀਸ ਤੁਹਾਡੀ ਮੈਂ ਭਰ ਰਿਹਾ। ਪਰ ਜਦੋਂ ਬੱਚਾ ਦਫ਼ਤਰ ਜਾਂਦਾ ਉਦੋਂ 10-20 ਹਜ਼ਾਰ ਰੁਪਏ ਦੀ ਪਹਿਲਾਂ ਪਰਚੀ ਕੱਟੀ ਜਾਂਦੀ ਹੈ, ਜਾਂ ਲੱਖ ਰੁਪਇਆ ਨਾਨ ਰਿਫੰਡੇਬਲ ਜਾਂ ਰਿਫੰਡੇਬਲ ਕਹਿ ਕੇ ਸਿਕਿਉਰਿਟੀ ਡਿਪੋਜ਼ਿਟ ਜਮ੍ਹਾਂ ਕਰਾਇਆ ਜਾਂਦਾ, ਤੇ ਮੁੜ ਕੇ ਬੱਚੇ ਦਾ ਇੰਨਾ ਕੁ ਬੁਰੀ ਤਰ੍ਹਾਂ ਸ਼ੋਸ਼ਣ ਕੀਤਾ ਜਾਂਦਾ ਕਿ ਮੁੜ ਕੇ ਉਹ ਬੱਚਾ ਚੀਕਾਂ ਮਾਰ ਕੇ ਆਪਣੇ ਕੰਨ ਫੜ ਕੇ ਬਾਹਰ ਆ ਜਾਂਦਾ ਕਿ ਮੈਂ ਬਾਹਰ ਜਾਣਾ ਹੀ ਨਹੀਂ। ਇਹੋ ਜਿਹੇ ਕਈ ਵਾਕਿਆ ਨੇ, ਐਂਡ ਮੈਂ ਕੋਸ਼ਿਸ਼ ਕਰਾਂਗਾ ਵਿਦ ਫੈਕਟਸ, ਵਿਦ ਫਿਗਰਸ, ਵਿਦ ਐਗਜ਼ਾਮਪਲ, ਵਿਦ ਬੱਚਿਆਂ ਦੇ ਨਾਮ, ਕੰਟੈਕਟ ਨੰਬਰ ਉਹ ਅਗਲੇ ਸ਼ੋਅ ਵਿੱਚ ਸ਼ੇਅਰ ਕਰਾਂ। ਜਿਹੜੇ ਬੱਚਿਆਂ ਨੇ, ਮੈਂ ਕੰਸਲਟੈਂਟ ਨਾਮ ਲਏ ਬਿਨਾਂ, ਉਹ ਬੱਚਿਆਂ ਨੇ ਫੀਸ ਆਫਟਰ ਵੀਜ਼ਾ ਦਾ ਪੈਕੇਜ ਕੀਤਾ, ਚਾਹੇ ਜਲੰਧਰ ਦੀ ਕੋਈ ਕੰਪਨੀ ਸੀ, ਚਾਹੇ ਮੋਹਾਲੀ ਦੀ ਕੰਪਨੀ ਸੀ, ਚਾਹੇ ਚੰਡੀਗੜ੍ਹ ਦੀ ਕੰਪਨੀ ਸੀ, ਔਰ ਉਹਦੇ ਨਾਲ ਕਿੰਨੇ ਪੈਸਿਆਂ ਦਾ ਸ਼ੋਸ਼ਣ ਹੋਇਆ, ਉਹਦਾ ਸਮਾਂ ਖਰਾਬ ਹੋਇਆ, ਉਹਦਾ ਪੈਸਾ ਖਰਾਬ ਹੋਇਆ, ਉਹਦੇ ਸੁਪਨੇ ਟੁੱਟੇ। ਸੋ ਇਸ ਕਰਕੇ ਰੱਬ ਦਾ ਵਾਸਤਾ ਹੱਥ ਬੰਨ੍ਹ ਕੇ ਤੁਹਾਨੂੰ ਵੀ, ਤੁਹਾਡੇ ਮਾਪਿਓ ਨੂੰ ਵੀ ਫੀਸ ਆਫਟਰ ਵੀਜ਼ਾ ਚੱਕਰਾਂ 'ਚ ਨਾ ਪਾਓ। ਆਪਣੇ ਜਦੋਂ ਤੁਹਾਨੂੰ ਪਤਾ ਨਾ ਕਿ ਮੇਰੇ ਪ੍ਰੋਫਾਈਲ ਵਿੱਚ, ਮੇਰੇ ਡਾਕੂਮੈਂਟ ਵਿੱਚ ਮੇਰੀ ਐਲੀਜੀਬਿਲਟੀ ਉਸ ਮੁਲਕ 'ਚ ਬਣਦੀ ਹੈ, ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ, ਉਦੋਂ ਫਿਰ ਕੋਈ ਕੰਪਨੀ ਤੇ ਇੱਕ ਪਾਸੇ ਰਹਿ ਗਈ। ਅੱਜ ਕੈਨੇਡਾ ਦੀ ਰਿਕੁਆਇਰਮੈਂਟ ਹੈ ਤੁਹਾਡੇ ਨੰਬਰ ਅਗਰ 50-55% ਹੈ, ਤੁਹਾਡੇ ਓਵਰਆਲ 6 ਬੈਂਡ ਹੈ, 1 ਚੋਂ 5.5 ਬੈਂਡ ਹੈ, ਵੀਜ਼ਾ ਲੈ ਸਕਦੇ ਹੋ। ਤੁਸੀਂ ਕੋਰਸ ਆਪਣੀ ਪੜ੍ਹਾਈ ਨਾਲ ਰੈਲੇਵੈਂਟ ਰੱਖਿਆ, ਜਿਹੜਾ ਤੁਸੀਂ ਕੋਰਸ ਲਿਆ ਤੁਹਾਡੀ ਪਿਛਲੀ ਪੜ੍ਹਾਈ ਨਾਲ ਰੈਲੇਵੈਂਟ ਹੈ, ਤੁਸੀਂ ਫਾਈਲ ਚੰਗੇ ਤਰੀਕੇ ਭਰੀ ਹੈ, ਸਟੇਟਮੈਂਟ ਆਫ ਪਰਪਸ ਚੰਗੀ ਤਰੀਕੇ ਬਣਾਇਆ, ਆਪਣੀ ਫੀਸ 1 ਸਾਲ ਦੀ ਭਰੀ ਹੈ, GAC ਭਰਿਆ, ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ। ਆਪਾਂ ਵੀਜ਼ਾ ਅਫਸਰ ਕਿਉਂ ਕਹਿੰਦੇ ਆ? ਆਪਾਂ ਕਦੀ ਰਿਫਿਊਜ਼ਲ ਥੋੜੀ ਕਹਿੰਦੇ ਉਹਨਾਂ ਨੂੰ। ਉਹਨਾਂ ਨੇ ਵੀਜ਼ਾ ਆਫਿਸਰ ਨਾਮ ਇਸ ਕਰਕੇ ਕਿ ਉਹ ਵੀਜ਼ਾ ਦੇਣ ਲਈ ਬੈਠੇ ਨੇ, ਨਾ ਕਿ ਰਿਫਿਊਜ਼ਲ ਦੇਣ ਲਈ ਬੈਠੇ ਨੇ। ਪਰ ਉਹਨਾਂ ਵਿਚਾਰਿਆਂ ਨੂੰ ਰਿਫਿਊਜ਼ਲ ਆਫਿਸਰ ਉਦੋਂ ਬਣਨਾ ਪੈਂਦਾ ਜਦੋਂ ਤੁਸੀਂ ਉਹਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹੋ।
ਇੱਧਰੋਂ ਫੰਡ ਸ਼ੋਅ ਕਰਕੇ ਦਿਖਾਤੇ ਏਜੰਟ ਨਾਲ ਜਾਂ ਫਾਈਨਾਂਸ ਨਾਲ ਗੰਢ ਧੁੱਪ ਕਰਕੇ, ਪੜ੍ਹਾਈ 'ਚ ਗੈਪ ਹੈ, ਕਿਸੇ ਨਾਲ ਜਾਲੀ ਐਕਸਪੀਰੀਅੰਸ ਬਣਾ ਕੇ ਲਾਤਾ। ਸੋ ਜਦੋਂ ਇਦਾਂ ਦੀ ਆਪਾਂ ਸ਼ੈਤਾਨੀਆਂ ਕਰਨ ਦੀ ਕੋਸ਼ਿਸ਼ ਕਰਦੇ, ਫਿਰ ਉਹ ਵੀ ਸਾਡੇ ਭਰਾ ਬੈਠੇ ਨੇ ਔਰ ਪਿਛਲੇ 20-25 ਸਾਲ ਤੋਂ ਜਾਣਦੇ ਨੇ ਕਿ ਪੰਜਾਬੀ ਬੰਦਾ ਕਿੰਨਾ ਕੁ ਜੁਗਾੜੀ ਹੋ ਸਕਦਾ। ਸੋ ਫੀਸ ਆਫਟਰ ਵੀਜ਼ਾ ਦੇ ਚੱਕਰਾਂ 'ਚ ਬਚਣ ਦੀ ਲੋੜ ਆ ਦੋਸਤੋ। ਅੱਜ ਨਹੀਂ ਤੇ ਕੱਲ ਇਸ ਇੰਡਸਟਰੀ ਦਾ, ਬੱਚੇ ਦਾ, ਉਹਦੇ ਭਵਿੱਖ ਦਾ ਬੇੜਾ ਗਰਕ ਕਰੇਗਾ ਫੀਸ ਆਫਟਰ ਵੀਜ਼ਾ ਵਾਲਾ ਮੈਸੇਜ। ਵਾਅਦਾ ਕਰਦਾ, ਦਾਵਾ ਕਰਦਾ, ਅਗਲੇ ਸ਼ੋਅ ਵਿੱਚ ਫੀਸ ਆਫਟਰ ਵੀਜ਼ਾ ਦੀ ਸੱਚਾਈ ਕੀ ਆ, ਫੁੱਲ ਫਲੈਜ ਇਹਦੇ ਬਾਰੇ ਡਿਸਕਸ਼ਨ ਕੀਤੀ ਜਾਏਗੀ। ਕਿੱਥੇ ਬੱਚੇ ਨਾਲ ਕਿਵੇਂ ਠੱਗੀ ਹੁੰਦੀ ਹੈ ਉਹਦੇ ਬਾਰੇ ਮੈਂ ਚਾਨਣਾ ਜ਼ਰੂਰ ਪਾਵਾਂਗਾ। ਬਟ ਲੱਗਦਾ ਕਿ ਬਰੀਫਲੀ ਜੋ ਜਵਾਬ ਦਿੱਤਾ ਹੈ, ਸ਼ਾਇਦ ਦਰਸ਼ਕ ਇਹਦੇ ਨਾਲ ਸੰਤੁਸ਼ਟ ਹੋ ਚੁੱਕੇ ਹੋਣਗੇ। ਤੇ ਸਰ ਇੱਕ ਸਟੈਪ ਬਾਏ ਸਟੈਪ ਪੇਮੈਂਟ ਦਾ ਵੀ ਬਹੁਤ ਰੋਲਾ ਚੱਲ ਰਿਹਾ ਮਾਰਕੀਟ ਦੇ ਵਿੱਚ, ਇਹਦੇ ਬਾਰੇ ਕੀ ਕਹਿਣਾ? ਇਹ ਦੋਨੋਂ ਸਵਾਲ ਆਪਸ 'ਚ ਕੋਰਿਲੇਟ ਹੀ ਹੈ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪੈਕੇਜ ਦੇ ਚੱਕਰ 'ਚ ਬਿਲਕੁਲ ਨਹੀਂ ਪੈਣਾ ਚਾਹੀਦਾ। ਹਾਂ ਯੈਸ, ਹੁਣ ਮੈਂ ਪੈਕੇਜ ਨੂੰ ਥੋੜ੍ਹਾ ਐਕਸਪਲੇਨ ਕਰ ਦਿੰਦਾ। ਹੁਣ ਕਈ ਇਹੋ ਜਿਹੇ ਕਾਲਜ ਆ ਜਿਨ੍ਹਾਂ 'ਚ ਫੀਸ ਜਾਂਦੀ ਵੀਜ਼ਾ ਲੱਗਣ ਤੋਂ ਬਾਅਦ। ਮੌਂਟਰੀਅਲ ਦੇ ਕਈ ਇਹੋ ਜਿਹੇ ਕਾਲਜ ਨੇ, ਵੈਨਕੂਵਰ, ਟੋਰਾਂਟੋ 'ਚ ਕਈ ਇਹੋ ਜਿਹੇ ਪ੍ਰਾਈਵੇਟ ਕਰੀਅਰ ਕਾਲਜ ਨੇ ਜੋ ਫੀਸ ਲੈਂਦੇ ਵੀਜ਼ਾ ਲੱਗਣ ਤੋਂ ਬਾਅਦ ਨੇ। ਬਟ ਫਿਰ ਵੀ ਏਜੰਟ ਉਹਦੇ ਨਾਲ ਵੀ ਇਹ ਕਹਿੰਦਾ ਕਿ ਫੀਸ ਤੁਹਾਡੀ ਮੈਂ ਭਰਦਾ ਔਰ ਆਫਟਰ ਵੀਜ਼ਾ ਗੱਲਬਾਤ ਕੀਤੀ ਜਾਂਦੀ ਹੈ। ਸਟੈਪ ਬਾਏ ਸਟੈਪ ਦਾ ਮਤਲਬ ਕੀ ਹੈ? ਮੈਂ ਅੱਗੇ ਇੱਕ ਵੀਡੀਓ ਕੀਤੀ ਸੀ, ਉਹ ਵੀ ਸ਼ਾਇਦ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸਟੈਪ ਬਾਏ ਸਟੈਪ ਦਾ ਮਤਲਬ ਹੈ ਕਿ ਤੁਸੀਂ ਆਪਦੇ ਖਰਚੇ ਆਪੇ ਕਰੋ। ਕੈਨੇਡਾ ਜਾਣ ਲਈ ਜਾਂ ਯੂਕੇ ਜਾਣ ਲਈ ਜਾਂ ਆਸਟ੍ਰੇਲੀਆ ਜਾਣ ਲਈ ਖਰਚੇ ਕੀ ਕਰਨੇ ਪੈਂਦੇ ਆ? ਸਭ ਤੋਂ ਪਹਿਲਾਂ ਤੁਸੀਂ ਕਿਸੇ ਕੰਸਲਟੈਂਟ ਚੋਣ ਕਰਦੇ ਹੋ ਤਾਂ ਕੰਸਲਟੈਂਟ ਕੋਲ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ। ਕਿਸੇ ਇੰਸਟੀਚਿਊਟ, ਕਿਸੇ ਕਾਲਜ, ਯੂਨੀਵਰਸਿਟੀ 'ਚ ਆਫਰ ਲੈਟਰ ਦੀ ਫੀਸ ਹੁੰਦੀ ਹੈ, ਕਿਸੇ ਨਹੀਂ ਹੁੰਦੀ। ਕੈਨੇਡਾ 'ਚ ਕੁਛ ਇੱਕ ਕਾਲਜਸ, ਯੂਨੀਵਰਸਿਟੀ ਨੇ ਜਿਨ੍ਹਾਂ ਦੀ 50 ਤੋਂ ਲੈ ਕੇ 100 ਕੈਨੇਡੀਅਨ ਡਾਲਰ ਐਪਲੀਕੇਸ਼ਨ ਫੀਸ ਹੁੰਦੀ ਹੈ, 3-4-5 ਹਜ਼ਾਰ ਰੁਪਈਆ। ਬਾਕੀ ਅਗਰ ਯੂਕੇ ਦੀ ਗੱਲ ਕਰਾਂ ਜਾਂ ਆਸਟ੍ਰੇਲੀਆ ਦੀ ਗੱਲ ਕਰਾਂ ਜਾਂ ਨਿਊਜ਼ੀਲੈਂਡ ਦੀ ਗੱਲ ਕਰਾਂ ਜਾਂ US ਦੀ ਗੱਲ ਕਰਾਂ ਤਾਂ ਆਫਰ ਲੈਟਰ ਫ੍ਰੀ 'ਚ ਆਉਂਦੀ, ਕੋਈ ਪੈਸਾ ਨਹੀਂ ਲੱਗਦਾ। ਸਭ ਤੋਂ ਪਹਿਲਾ ਪੈਸਾ ਤੁਹਾਡਾ ਕਿੱਥੇ ਇਨਵੈਸਟ ਹੁੰਦਾ? ਤੁਸੀਂ ਕਾਲਜ, ਯੂਨੀਵਰਸਿਟੀ ਦੀ ਫੀਸ ਪੇ ਕਰਦੇ ਹੋ। ਯੂਕੇ ਦੀ ਗੱਲ ਕਰੀਏ ਜਾਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਗੱਲ ਕਰੀਏ, ਫੀਸ ਤੁਹਾਨੂੰ ਪਹਿਲਾਂ ਆਫਰ ਲੈਟਰ ਆਉਣ ਤੋਂ ਬਾਅਦ ਪੇ ਕਰਦੇ ਹੋ। ਤੁਸੀਂ ਲੈਟਰ ਆਫ ਐਕਸੈਪਟੈਂਸ ਤੁਹਾਨੂੰ ਮਿਲਦੀ ਹੈ ਕੈਨੇਡਾ ਤੋਂ। ਯੂਕੇ 'ਚ ਉਹਨੂੰ ਕੈਸ਼ ਲੈਟਰ ਕਹਿੰਦੇ ਨੇ ਐਂਡ ਹੋਰਨਾਂ ਮੁਲਕਾਂ 'ਚ ਉਹਨੂੰ ਜਿੱਦਾਂ ਆਸਟ੍ਰੇਲੀਆ 'ਚ COE ਕਹਿੰਦੇ ਨੇ, ਉਹ ਮਿਲਦੀ ਹੈ। ਜੇ ਕੈਨੇਡਾ ਦੀ ਗੱਲ ਕਰੀਏ, ਤੁਸੀਂ ਆਪਦਾ ਲਿਵਿੰਗ ਐਕਸਪੈਂਸ ਜਮ੍ਹਾਂ ਕਰਦੇ ਹੋ $10,200 ਡਾਲਰ, ਉਹ ਆਪਣੇ ਅਕਾਊਂਟ 'ਚੋਂ ਕੈਨੇਡੀਅਨ ਅਕਾਊਂਟ 'ਚ ਜਮ੍ਹਾਂ ਕਰਦੇ ਹੋ ਔਰ ਆਪਦੀ ਐਮਬੈਸੀ ਫੀਸ ਪਰ ਪੇ ਕਰਕੇ ਵੀਜ਼ਾ ਲੈਂਦੇ ਹੋ। ਤਾਂ ਸਟੈਪ ਬਾਏ ਸਟੈਪ ਤੋਂ ਮਤਲਬ ਇਹ ਹੈ ਕਿ ਤੁਸੀਂ ਆਪਦੇ ਖਰਚੇ ਆਪਦੇ ਪੋਕਟ 'ਚੋਂ ਆਪਦੇ ਵੱਲੋਂ ਸਟੈਪ ਬਾਏ ਸਟੈਪ ਆਪ ਕਰੋ। ਮੈਂ ਵੇਖਿਆ ਮੋਹਾਲੀ 'ਚ ਬਹੁਤ ਸਾਰੇ ਇਹੋ ਜਿਹੀ ਕੰਪਨੀਆਂ ਜਿਹੜੇ ਕੰਸਲਟੈਂਟ ਆ, ਉਹ ਕਾਲਜ ਦੀਆਂ ਫੀਸਾਂ ਤੱਕ ਆਪਦੇ ਕੰਪਨੀ ਦੇ ਅਕਾਊਂਟ 'ਚ ਲੈਂਦੇ ਆ। ਉਸ ਗੱਲ ਤੋਂ ਮੈਂ ਸਿਰੇ ਤੋਂ ਨਕਾਰਦਾ। ਉਸ ਬੱਚਿਆਂ ਨੂੰ ਵੀ ਇੱਥੇ ਸਮਝਣ ਦੀ ਲੋੜ ਆ, ਮਾਂ ਪਿਓ ਨੂੰ ਵੀ। ਜਿਸ ਕਾਲਜ ਪੜ੍ਹਨ ਚੱਲੇ ਹੋ, ਆਫਰ ਲੈਟਰ 'ਤੇ ਕਾਲਜ ਦੀ ਬੈਂਕ ਡਿਟੇਲ ਹੈ, ਸਿੱਧਾ ਆਪਣੇ ਬੈਂਕ 'ਚੋਂ ਕਾਲਜ ਦੇ ਖਾਤੇ ਪੈਸੇ ਪਾਓ। ਰੱਬ ਨਾ ਕਰੇ ਵੀਜ਼ਾ ਨਹੀਂ ਵੀ ਲੱਗਦਾ, ਤੁਹਾਡੇ ਪੈਸੇ ਤੁਹਾਡੇ ਉਸੇ ਅਕਾਊਂਟ 'ਚ ਹੀ ਵਾਪਸ ਆ ਜਾਣੇ ਆ। ਕਦੇ ਵੀ ਕਿਸੇ ਏਜੰਟ ਦੇ ਖਾਤੇ 'ਚ ਪੈਸੇ ਨਾ ਪਾਓ। ਜਿਹੜਾ GAC ਭਰਨਾ ਉਹ ਵੀ ਤੁਸੀਂ ਆਪਦੇ ਇੰਡੀਅਨ ਅਕਾਊਂਟ 'ਚੋਂ ਕੈਨੇਡਾ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਦੇਣੇ, ਕਿਸੇ ਏਜੰਟ ਦੇ ਖਾਤੇ ਪੈਸੇ ਪਾਉਣ ਦੀ ਲੋੜ ਨਹੀਂ। ਸੋ ਜਦੋਂ ਤੁਸੀਂ ਆਪਣੇ ਪੈਸੇ ਆਪ ਆਪਣੇ ਉੱਤੇ ਖਰਚ ਰਹੇ ਹੋ, ਤੁਹਾਨੂੰ ਵੀ ਇਸ ਗੱਲ ਦਾ ਵਿਸ਼ਵਾਸ ਹੁੰਦਾ ਕਿ ਮੈਂ ਟਰਾਂਸਪੇਰੈਂਸੀ ਲਈ ਹੈ, ਮੈਨੂੰ ਵਾਕਈ ਇੱਕ ਪਾਰਦਰਸ਼ਤਾ ਦੇ ਨਾਲ ਮੇਰੀ ਫਾਈਲ ਨੂੰ ਪ੍ਰੋਸੈਸ ਕੀਤਾ ਗਿਆ। ਸੋ ਸਟੈਪ ਬਾਏ ਸਟੈਪ ਦਾ ਮਤਲਬ ਹੈ ਕਿ ਆਪਦੇ ਖਰਚੇ ਆਪ ਆਪਣੇ ਪੋਕਟ 'ਚ ਕਰੋ। ਫਾਈਲ ਵੀਜ਼ਾ ਲੱਗਣ ਵਾਲੀ ਹੈ ਜਾਂ ਨਹੀਂ ਲੱਗਣ ਵਾਲੀ, ਉਹ ਤੁਸੀਂ ਮੇਰੇ ਪੁਰਾਣੇ YouTube ਦੇ ਚੈਨਲ 'ਤੇ ਸ਼ੋਅ ਕੱਢ ਕੇ ਵੇਖ ਲਓ, ਆਟੋਮੈਟਿਕਲੀ ਪਤਾ ਲੱਗ ਜਾਏਗਾ ਕਿ ਕਿਹੜੀ ਪ੍ਰੋਫਾਈਲ 'ਤੇ ਵੀਜ਼ਾ ਲੱਗਣਾ, ਕਿਹਦੇ 'ਤੇ ਵੀਜ਼ਾ ਨਹੀਂ ਲੱਗਣਾ। ਯੈਸ, ਹੁਣ ਜਦੋਂ ਉਹ ਗੱਲ ਹੁੰਦੀ ਕਿ ਆਪਾਂ ਕਿਸਮਤ ਅਜਮਾ ਕੇ ਵੇਖਦੇ ਹਾਂ। ਹੁਣ ਆਇਲਟਸ ਓਵਰਆਲ 6 ਬੈਂਡ ਆ, 2 ਚੋਂ 5.5 ਬੈਂਡ ਹੈ। ਕਿਸੇ ਕੰਸਲਟੈਂਟ ਨੇ 2 ਵੀਜ਼ੇ ਕਿਸੇ ਫੇਸਬੁੱਕ ਤੇ ਦਿਖਾਤੇ, ਉਹ 2 ਵੀਜ਼ੇ ਦਿਖਾ ਕੇ 200 ਕੇਸ ਹੋਰ ਇਕੱਠੇ ਕਰ ਲਏ, ਉਦੋਂ ਕਿਸਮਤ ਅਜਮਾਈ ਦੀ ਗੱਲ ਹੈ। ਉਹ ਫਿਰ ਲੋਹੜੀ ਬੰਪਰ ਜਾਂ ਦੀਵਾਲੀ ਬੰਪਰ ਜਾਂ ਵਿਸਾਖੀ ਬੰਪਰ ਪਾਉਣ ਦੀ ਗੱਲ ਹੈ। ਵੀਜ਼ਾ ਆਉਣਾ ਨਹੀਂ ਆਉਣਾ ਕਿਸਮਤ ਦੀ ਗੱਲ ਹੈ। ਪਰ ਜੇ ਤੁਹਾਨੂੰ ਪਤਾ ਕਿ ਤੁਹਾਡੀ ਪ੍ਰੋਫਾਈਲ ਵੀਕ ਹੈ, ਪਹਿਲਾਂ ਮਿਹਨਤ ਕਰ ਲਓ। 2 ਤੋਂ 5.5 ਬੈਂਡ ਆ ਜੀ, ਓਵਰਆਲ 6 ਬੈਂਡ ਲੈ ਸਕਦੇ ਹੋ। ਮਹੀਨਾ ਲਾ ਕੇ 2 ਮਹੀਨੇ ਲਾ ਕੇ ਸਾਰਿਆਂ 'ਚੋਂ 6 ਹੀ ਲੈ ਲਓ, ਵੀਜ਼ਾ 100% ਆਏਗਾ। ਤੁਹਾਡੇ ਬੈਂਡ 6 ਈਚ ਨੇ, ਤੁਹਾਡੀ ਪਰਸੈਂਟੇਜ 55% ਹੈ, ਤੁਹਾਡੀ ਪੜ੍ਹਾਈ 'ਚ 4-5 ਸਾਲ ਤੋਂ ਜ਼ਿਆਦਾ ਗੈਪ ਨਹੀਂ, ਵੀਜ਼ਾ 100% ਆਏਗਾ। 100% ਮੇਰੇ ਕੋਲ ਵੀ ਨਾ ਅਪਲਾਈ ਕਰਿਓ, ਗਾਈਡਲਾਈਨ ਸਮਝ ਲਓ। ਘਰੇ ਬੈਠ ਕੇ ਕੈਨੇਡੀਅਨ ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਜਾ ਕੇ ਰੂਲਸ ਰੈਗੂਲੇਸ਼ਨ ਪੜ੍ਹਿਓ, ਘਰੇ ਬੈਠ ਕੇ ਵੀਜ਼ਾ ਅਪਲਾਈ ਕਰੋ, ਵੀਜ਼ਾ ਲਾਉਣਾ ਆ ਜਾਏਗਾ। ਪਰ ਜਦੋਂ ਗਾਈਡਲਾਈਨ ਦੇ ਮੁਤਾਬਕ ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ ਤਾਂ ਆਫਕੋਰਸ ਵੀਜ਼ਾ ਤਾਂ ਫਿਰ ਰਿਫਿਊਜ਼ ਹੋਏਗਾ। ਉਸ ਕੇਸ ਵਿੱਚ ਆਪਾਂ ਫਿਰ ਏਜੰਟ ਨੂੰ ਕੋਸਦੇ ਹਾਂ। ਪਰ ਉੱਥੇ ਗਲਤੀ ਕਿਤੇ ਨਾ ਕਿਤੇ ਆਪਣੀ, ਕਿਉਂਕਿ ਏਜੰਟ ਤਾਂ ਹੱਟੀ ਖੋਲ੍ਹ ਕੇ ਬੈਠਾ, ਉਹਨੇ ਤਾਂ ਦੁਕਾਨਦਾਰੀ ਕਰਨੀ, ਆਪਣੀ ਸ਼ਾਮ ਤੱਕ ਖਰਚੇ ਕੱਢਣੇ। ਉਹਨੇ ਤੁਹਾਡੇ ਕੋਲ ਨਹੀਂ ਕਿਸੇ ਹੋਰ ਤੋਂ ਕਰ ਲੈਣੇ। ਤੁਹਾਨੂੰ ਸਿਆਣਾ ਹੋਣ ਦੀ ਲੋੜ ਹੈ, ਤੁਹਾਨੂੰ ਆਪਣਾ ਭਵਿੱਖ, ਤੁਹਾਨੂੰ ਆਪਣਾ ਸਹੀ ਫੈਸਲਾ ਲੈਣ ਦੀ ਲੋੜ ਹੈ। ਸੋ ਸਟੈਪ ਬਾਏ ਸਟੈਪ ਆਪਣੇ ਖਰਚੇ ਆਪ ਕਰੋ, ਪੈਕੇਜ ਚੱਕਰ 'ਚੋਂ ਬਚਣ ਦੀ ਲੋੜ ਹੈ। ਮੇਰੀ ਗੱਲ ਨੋਟ ਕਰ ਲਿਓ, ਰਿਕਾਰਡ ਕਰ ਲਿਓ। ਅੱਜ ਨਹੀਂ ਤੇ ਕੱਲ੍ਹ ਕਿਤੇ ਨਾ ਕਿਤੇ ਇਸ ਪੈਕੇਜ ਸਿਸਟਮ ਨੇ ਇਸ ਇੰਡਸਟਰੀ ਦਾ, ਬੱਚਿਆਂ ਦਾ ਬੇੜਾ ਗਰਕ ਕਰਨਾ। ਤੇ ਸਰ ਤੁਸੀਂ ਰਿਫਿਊਜ਼ਲ ਕੇਸ ਦਾ ਸੰਪੂਰਨ ਹੱਲ ਕਰਦੇ ਹੋ ਹਰ ਜਗ੍ਹਾ, ਕੀ ਇਹ ਗੱਲ ਸੱਚ ਹੈ ਕਿ ਸਿਰਫ ਮਤਲਬ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰ ਰਹੇ ਹੋ? ਐਡਵਰਟਾਈਜ਼ਮੈਂਟ ਨਹੀਂ ਕਰ ਰਿਹਾ, ਮੇਰੇ ਆਪਣੇ ਪਿੰਡੇ ਤੇ ਇਹੋ ਜਿਹੇ ਜ਼ਖਮ ਲੱਗੇ ਨੇ, ਉਹਨਾਂ ਨੂੰ ਮੈਂ ਅੱਜ ਤੱਕ ਭਰਨ ਦੀ ਕੋਸ਼ਿਸ਼ ਕਰਦਾ। ਮੇਰੀ ਆਪਣੀ ਰਿਫਿਊਜ਼ਲ ਆਈ ਸੀ 2003 'ਚ, ਮੇਰੀ ਆਪਦੀ ਰਿਫਿਊਜ਼ਲ ਆਈ। ਮੈਨੂੰ ਪਤਾ ਲੱਗਾ ਰਿਫਿਊਜ਼ਲ ਲੱਗੀ ਕਿੱਦਾਂ, ਬਾਅਦ 'ਚ ਮੈਨੂੰ ਪਤਾ ਲੱਗਾ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲਿਆ ਕਿੱਦਾਂ ਜਾ ਸਕਦਾ। ਉਸ ਤੋਂ ਬਾਅਦ ਮੈਂ ਹਜ਼ਾਰਾਂ ਬੱਚਿਆਂ ਦੇ ਵੀਜ਼ੇ ਲਵਾਏ। ਜਿਹੜੀ ਮੇਰੀ ਟੀਮ ਮੇਰੇ ਨਾਲ ਫਾਈਲਿੰਗ ਵਾਲੀ ਕੰਮ ਕਰ ਰਹੀ, 8-8 9-9 ਸਾਲ ਤੋਂ ਸਟਾਫ ਮੈਂਬਰ ਕੰਮ ਕਰ ਰਿਹਾ। ਦਿਨ 'ਚ ਜੇ ਸਾਡੇ ਕੋਲ 100 ਬੱਚੇ ਆ ਰਹੇ, 100 ਚੋਂ ਸਾਡੇ ਕੋਲ 90 ਬੱਚੇ ਰਿਫਿਊਜ਼ਲ ਲੈਟਰਾਂ ਦੇ ਨਾਲ ਆ ਰਹੇ, ਰਿਫਿਊਜ਼ ਹੋ ਕੇ ਆ ਰਹੇ ਆ। ਸੋ ਉਹਨਾਂ ਦੇ ਕੇਸ ਨੂੰ ਸਟੱਡੀ ਕਰਕੇ ਇੰਨੀ ਕੁ ਅਕਲ ਆ ਗਈ। ਹੁਣ ਕਈ ਮੈਨੂੰ ਇੱਕ ਮੈਂ ਗੱਲ ਤੇ ਇੱਕ ਸ਼ੋਅ 'ਚ ਬੈਠਾ ਸੀ ਕਿਤੇ, ਤੇ ਉਹ ਕਹਿੰਦਾ, ਮੈਨੂੰ ਐਂਕਰ ਪੁੱਛਦਾ, ਸਰ ਤੁਹਾਡੀ ਕੋਈ ਐਮਬੈਸੀ ਸੈਟਿੰਗ ਹੈ?
ਮੈਂ ਕਿਹਾ ਮੇਰੀ ਕੋਈ ਭੂਆ ਜਾਂ ਮਾਸੀ ਮੈਸੇਜ ਨਹੀਂ ਲੱਗੀ, ਨਾ ਮੇਰੀ ਕੋਈ ਸੈਟਿੰਗ ਹੈ, ਨਾ ਮੇਰੇ ਕੋਲ ਕਿਸੇ ਦੀ ਜਾਦੂ ਦੀ ਛੜੀ ਹੈ, ਤਜਰਬੇ ਦੀ ਛੜੀ ਹੈ, ਐਕਸਪੀਰੀਅੰਸ ਦੀ ਛੜੀ ਹੈ। ਸਾਡਾ ਦਿਨ ਵੀ ਵੀਜ਼ਿਆਂ 'ਚ ਚੜ੍ਹਦਾ, ਸਾਡੀ ਰਾਤ ਵੀ ਵੀਜ਼ਿਆਂ 'ਚ ਹੁੰਦੀ ਹੈ, ਜਾਂ ਸਾਡੀ ਦੁਪਹਿਰ ਵੀ ਰਿਫਿਊਜ਼ਲਾਂ 'ਚ ਹੁੰਦੀ ਹੈ। ਸੋ ਹਰ ਰੋਜ਼ ਤੁਸੀਂ ਇੱਕੋ ਕਾਰੋਬਾਰ, ਇੱਕੋ ਤਰ੍ਹਾਂ ਦੇ ਪੇਸ਼ੇ ਨਾਲ, ਇੱਕੋ ਤਰ੍ਹਾਂ ਦੇ ਕੰਮ 'ਚ ਜੂਝ ਰਹੇ ਹੋ, ਬੈਠੇ ਹੋ, ਦਿਨ ਰਾਤ ਉੱਥੇ ਕੰਮ ਕਰ ਰਹੇ ਹੋ, ਪਤਾ ਲੱਗ ਜਾਂਦਾ ਕਿ ਇਸ ਕੇਸ ਨੂੰ ਵੇਖ ਕੇ ਵੀਜ਼ਾ ਆਉਣਾ ਕਿ ਰਿਫਿਊਜ਼ਲ ਹੋਣੀ ਹੈ। ਔਰ ਵਾਕਈ ਉਹ ਕੰਸਲਟੈਂਟ ਜਿਹੜਾ ਵਾਕਈ ਤਜਰਬੇਕਾਰ ਹੈ, ਇੰਨਾ ਕੁ ਤਜਰਬਾ ਉਹਨੂੰ ਜ਼ਰੂਰ ਫਾਈਲ ਵੇਖ ਕੇ ਜਾਂ ਡਾਕੂਮੈਂਟ ਵੇਖ ਕੇ ਹੋ ਜਾਂਦਾ ਹੈ ਕਿ ਇਹ ਫਾਈਲ ਵੀਜ਼ਾ ਲੱਗਣ ਵਾਲੀ ਜਾਂ ਰਿਫਿਊਜ਼ਲ ਲੱਗਣ ਵਾਲੀ ਹੈ। ਸੋ ਜਿਹੜੀ ਫਾਈਲ ਅਸੀਂ ਲੈਂਦੇ ਹਾਂ ਕਿ ਇਹ ਵੀਜ਼ਾ ਲੱਗਣ ਵਾਲੀ ਆ, ਫਿਰ 100% ਦੀ 99 ਵੀ ਨਹੀਂ ਕਹਿ ਰਿਹਾ, ਜਾਂ 0 ਹੁੰਦਾ ਜਾਂ 100 ਹੁੰਦਾ, ਵਿੱਚ ਵਿਚਾਲੇ ਕੁਛ ਨਹੀਂ ਹੁੰਦਾ, 100% ਦੀ ਵੀਜ਼ਾ ਲੈ ਕੇ ਦੇਵਾਂਗੇ। ਸੋ ਰਿਫਿਊਜ਼ਲ ਕੇਸਾਂ 'ਚ ਐਕਸਪਰਟ ਇਸ ਕਰਕੇ ਕਿਹਾ ਜਾਂਦਾ, ਜਾਂ ਲੋਕ ਸਾਡੇ ਕੋਲ ਰਿਫਿਊਜ਼ਲ ਤੋਂ ਬਾਅਦ ਇਸ ਕਰਕੇ ਆਉਂਦੇ ਨੇ ਕਿਉਂਕਿ ਖੁਦ ਅਸੀਂ ਉਸ ਪਿੰਡੇ 'ਤੇ ਰਿਫਿਊਜ਼ਲਾਂ ਹੰਡਾਈਆਂ ਨੇ, ਖੁਦ ਇਸ ਇੰਡਸਟਰੀ 14 ਸਾਲ 'ਚ ਹਜ਼ਾਰਾਂ ਹੀ ਰਿਫਿਊਜ਼ ਹੋਏ ਬੱਚੇ ਨੇ, ਉਹਨਾਂ ਦੀ ਮੰਜ਼ਿਲ, ਉਹਨੇ ਸੁਪਨੇ ਪੂਰੇ ਕਰਕੇ ਦਿਖਾਏ। ਤੇ ਸਰ ਤੁਸੀਂ ਜਾਂਦੇ ਜਾਂਦੇ ਕੋਈ ਮੈਸੇਜ ਦੇਖਣਾ ਚਾਹੋਗੇ ਜੋ ਬੱਚੇ ਤੁਹਾਡੀ ਵੀਡੀਓਜ਼ ਦੇਖ ਰਹੇ ਨੇ? ਜ਼ਰੂਰ, ਮੈਸੇਜ ਹਰ ਵਾਰ ਇੱਕੋ ਰਹਿੰਦਾ, ਚੰਗੇ ਕੰਸਲਟੈਂਟ ਦੀ ਚੋਣ ਕਰੋ ਤਾਂ ਕਿ ਚੰਗਾ ਭਵਿੱਖ ਮਿਲ ਸਕੇ। ਕਦੇ ਵੀ ਕਿਸੇ ਕੰਸਲਟੈਂਟ ਕੋਲ ਵੀਜ਼ੇ ਦੀ ਭੁੱਖ ਲੈ ਕੇ ਨਾ ਜਾਓ, ਇੱਕ ਚੰਗੇ ਕਰੀਅਰ, ਇੱਕ ਚੰਗੇ ਭਵਿੱਖ ਦੀ ਭੁੱਖ ਲੈ ਕੇ ਜਾਓ, ਔਰ ਆਪਣੇ ਆਪ ਨੂੰ ਇੰਨਾ ਕੁ ਸਿਆਣਾ ਬਣਾ ਲਓ, ਸਹੀ ਤੇ ਗਲਤ ਦੀ ਪਹਿਚਾਣ ਕਰਨੀ ਆ ਜਾਏ। ਸਾਡੇ RS ਗਲੋਬਲ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, Facebook ਨੂੰ ਵੇਖ ਲਓ, ਹੋਰ ਕਈ ਚੰਗੇ ਕੰਸਲਟੈਂਟ ਜਿਹੜੇ ਅਲੱਗ-ਅਲੱਗ ਮੰਚ 'ਤੇ ਬੋਲਦੇ ਨੇ, ਉਹਨਾਂ ਨੂੰ ਸੁਣੋ, ਸਾਰੇ ਗੱਲਾਂ ਸੁਣੋ। ਕਹਿੰਦੇ ਕੰਨ 2 ਦਿੱਤੇ ਨੇ, ਸੁਣੋ ਸਭ ਦੀ, ਪਰ ਦਿਮਾਗ ਇੱਕ ਦਿੱਤਾ। ਕਰੋ ਆਪਣੇ ਮਨ ਦੀ ਤਜਰਬਾ ਇਕੱਠਾ ਕਰੋ, ਸਭ ਦੀ ਸੁਣ ਕੇ ਆਪਣੇ ਮਨ ਨਾਲ, ਆਪਣੇ ਪਰਿਵਾਰ ਨਾਲ ਬੈਠ ਕੇ ਇਹ ਡਿਸਾਈਡ ਕਰੋ ਕਿ ਮੈਂ ਆਪਦੀ ਫਾਈਲ ਜਾਂ ਆਪਦੀ ਲਾਈਫ ਕਿਸ ਕੰਸਲਟੈਂਟ 'ਚ ਫੜਾਉਣੀ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਅੱਛੀ ਲੱਗੀ ਹੋਏਗੀ, ਕਿਉਂਕਿ ਇਹਦੇ ਵਿੱਚ ਸਰ ਨੇ ਕਾਫੀ ਇੱਦਾਂ ਦੀ ਚੀਜ਼ਾਂ ਦੱਸੀਆਂ ਜੋ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਸਕਰੀਨ ਤੇ ਤੁਹਾਨੂੰ ਨੰਬਰ ਦਿੱਤਾ ਹੋਇਆ ਤੇ ਐਡਰੈਸ ਦਿੱਤਾ ਹੋਇਆ, ਤੇ ਸਰ ਨਾਲ ਅਗਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਸਕਦੇ ਹੋ। ਬਾਕੀ ਅਗਰ ਤੁਹਾਡੇ ਕੋਈ ਵੀ ਸਵਾਲ ਨੇ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ। ਤੇ ਜਾਂਦੇ ਜਾਂਦੇ ਬਸ ਇਹੀ ਕਹਿਣਾ ਚਾਹਾਂਗੀ ਕਿ ਅਗਰ ਸੁਪਨਿਆਂ ਵਿੱਚ ਤਾਕਤ ਹੋਵੇ ਤਾਂ ਉਸ ਨੂੰ ਮੰਜ਼ਿਲ ਜ਼ਰੂਰ ਮਿਲਦੀ ਹੈ। ਤੇ ਉਮੀਦ ਕਰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਵੱਲ ਵਧੋ ਤੇ ਅੱਛੇ ਮੁਕਾਮ ਤੱਕ ਪਹੁੰਚੋ। ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ, ਫਿਰ ਮਿਲਾਂਗੀ ਇੱਕ ਨਵੇਂ ਕਨਸੈਪਟ ਦੇ ਨਾਲ। ਤਦ ਤੱਕ ਲਈ ਬਣੇ ਰਹੋ ਵੀਜ਼ਾ ਅਪਡੇਟ ਦੇ ਨਾਲ।